ਵਾਈਸ ਵਾਲਾ ਰੰਗ ਚੁਣਿਆ ਤੇ ਬਾਕੀ ਗੱਲਾਂ ਤੁਸੀਂ ਆਪ ਹੀ ਦੇਖ ਲਿਓ ਕਿਉਂਕਿ ਇਹਨਾਂ ਦੀ ਜਿਹੜੀ ਸਲਾਹ ਹੁੰਦੀ ਆ ਉਹਦੇ ਵਿੱਚ ਸਾਡੇ ਨਵੇਂ ਪੂਰ ਦੇ ਲੋਕ ਹੀ ਨਹੀਂ ਲੇਕਿਨ ਪੁਰਾਣੇ ਪੂਰ ਦੇ ਲੋਕ ਜਿਹੜੇ ਨਵੀਆਂ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਜੋ ਤਬਦੀਲੀਆਂ ਆਉਂਦੀਆਂ ਨੇ ਉਹਨਾਂ ਤੋਂ ਵਾਕਫ ਆਪਾਂ ਨਹੀਂ ਹੁੰਦੇ ਸੋ ਉਹਨਾਂ ਦੇ ਰਿਸ਼ਤੇਦਾਰਾਂ ਨੇ ਉਹਨਾਂ ਦੇ ਬਹੁਤ ਸਾਰੇ ਪਿਆਰਿਆਂ ਨੇ ਜਦੋਂ ਇਸ ਮੁਲਕ ਦੇ ਵਿੱਚ ਆਉਣਾ ਹੁੰਦਾ ਤੇ ਪਵਨਦੀਪ ਸਿੰਘ ਉਸ ਨੂੰ ਹਮੇਸ਼ਾ ਇੱਕ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਲਾਹ ਦੇ ਕੇ ਨਵਾਜਦੇ ਨੇ ਲਓ ਉਹਨਾਂ ਨੂੰ ਜੀ ਆਇਆਂ ਨੂੰ ਆਖਦੇ ਹਾਂ ਪਵਨਦੀਪ ਜੀ ਬੜੀ ਮਿਹਰਬਾਨੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਸਾਨੂੰ ਮੌਕਾ ਦਿੱਤਾ ਰੇਡੀਓ ਸਪੈਸ ਨਾਲ ਜੁੜਨ ਦਾ ਜੀ ਥੈਂਕ ਯੂ ਵਾਂਸ ਅਗੇਨ ਬਹੁਤ ਸ਼ੁਕਰੀਆ ਪਵਨ ਜੀ ਅਸੀਂ ਬੜੇ ਲੰਬੇ ਸਮੇਂ ਤੋਂ ਤੁਹਾਨੂੰ ਕਮਿਊਨਿਟੀ ਦੇ ਵਿੱਚ ਵੱਖ-ਵੱਖ ਜਿਹੜੇ ਇਵੈਂਟਸ ਨੇ ਉਹਨਾਂ ਦੇ ਵਿੱਚ ਸਹਿਯੋਗ ਦਿੰਦੇ ਹੋਏ ਦੇਖਦੇ ਹਾਂ ਇਹ ਗੱਲ ਵੱਖਰੀ ਹੈ ਕਿ ਤੁਸੀਂ ਵੈਸਟ ਦੇ ਜਿਹੜਾ ਪਾਸਾ ਆਕਲੈਂਡ ਦਾ ਉਹਨੂੰ ਜ਼ਿਆਦਾ ਪਿਆਰ ਕਰਦੇ ਹੋ ਇਹਦੀ ਕੀ ਖਾਸ ਵਜ੍ਹਾ ਓਕੇ ਜਦੋਂ ਮੈਂ ਐਜ਼ ਅ ਸਟੂਡੈਂਟ ਆਇਆ ਸੀਗਾ ਸਟਾਰਟਿੰਗ ਤੋਂ ਵੈਸਟ ਚ ਰਿਹਾ ਅੱਛਾ ਫਿਰ ਆਪਾਂ ਸਾਊਥ ਮੂਵ ਹੋ ਗਏ ਐਂਡ ਨਾਓ ਰੀਸੈਂਟਲੀ ਹੈਵ ਮੂਵ ਬੈਕ ਟੂ ਵੈਸਟ ਅਗੇਨ ਵੈਰੀ ਬਟ ਨਾਈਸ ਆਕਲੈਂਡ ਪੂਰਾ ਹੀ ਬਹੁਤ ਵਧੀਆ ਜੀ ਤੇ ਬਹੁਤ ਪਿਆਰ ਕਰੀਦਾ ਬਹੁਤ ਚੰਗੀ ਗੱਲ ਹੈ ਜੀ ਬਹੁਤ ਚੰਗੀ ਗੱਲ ਆ ਤੇ ਕਿਵੀਆਨਾ ਇਮੀਗ੍ਰੇਸ਼ਨ ਦਾ ਨਾਮ ਜਿਹੜਾ ਉਹ ਸਾਡੇ ਵਿੱਚੋਂ ਲਗਭਗ ਬਹੁਤ ਲੋਕਾਂ ਨੇ ਸੁਣਿਆ ਹੋਇਆ ਪਹਿਲੀ ਦੀ ਗੱਲ ਇਹ ਨਾਂ ਜਿਹੜਾ ਇਹ ਆਪਣੇ ਆਪ ਦੇ ਵਿੱਚ ਇਸ ਗੱਲ ਨੂੰ ਸਪਸ਼ਟ ਕਰਦਾ ਕਿ ਜਿਹੜੇ ਲੋਕ ਨਿਊਜ਼ੀਲੈਂਡ ਨੂੰ ਆਪਣਾ ਘਰ ਬਣਾਉਣਾ ਚਾਹੁੰਦੇ ਨੇ ਵੱਖ-ਵੱਖ ਵੀਜ਼ਿਆਂ ਦੇ ਉੱਤੇ ਇੱਥੇ ਘੁੰਮਣਾ ਚਾਹੁੰਦੇ ਨੇ ਕੰਮ ਕਰਨਾ ਚਾਹੁੰਦੇ ਨੇ ਜਾਂ ਬਿਜ਼ਨਸ ਕਰਨਾ ਚਾਹੁੰਦੇ ਨੇ ਬਹੁਤ ਸਾਰੀਆਂ ਅਲੱਗ-ਅਲੱਗ ਕੈਟਾਗਰੀਜ਼ ਵੱਖ-ਵੱਖ ਸ਼੍ਰੇਣੀਆਂ ਨੇ ਜਿਨ੍ਹਾਂ ਦੇ ਵਿੱਚ ਤੁਸੀਂ ਉਹਨਾਂ ਨੂੰ ਆਪਣੀ ਜਿਹੜੀ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਦੇ ਤੌਰ ਦੇ ਉੱਤੇ ਜਿਹੜੀ ਤੁਹਾਡੀ ਪੂਰੀ ਟੀਮ ਹੈ ਉਹ ਆਪਣੀ ਸਲਾਹ ਦੇ ਕੇ ਨਵਾਜਦੀ ਹੈ ਜਿਨ੍ਹਾਂ ਦੇ ਵਿੱਚ ਪਵਨਦੀਪ ਸਿੰਘ ਜਿਹੜੇ ਨੇ ਡਾਇਰੈਕਟਰ ਨੇ ਤੇ ਪ੍ਰਿੰਸੀਪਲ ਐਡਵਾਈਜ਼ਰ ਨੇ ਤੇ ਨਾਲ ਅਵਲੀਨ ਕੌਰ ਨੇ ਕਿਰਨਦੀਪ ਕੌਰ ਨੇ ਭਾਰਤ ਪੋਪਲੀ ਨੇ ਤੇ ਵਿਸ਼ੇਸ਼ ਵਿਜ ਨੇ ਇਹ ਪੰਜ ਜਿਹੜੇ ਬੰਦੇ ਜੀ ਇਹ ਦਿਨ ਰਾਤ ਜਿਹੜੇ ਸਿਰ ਸੁੱਟ ਕੇ ਤੁਹਾਡੇ ਲਈ ਯਤਨ ਕਰਦੇ ਨੇ ਤਾਂ ਕਿ ਤੁਹਾਨੂੰ ਕੋਈ ਵੀ ਸਲਾਹ ਜਿਹੜੀ ਉਹ ਪ੍ਰੋਫੈਸ਼ਨਲ ਤਰੀਕੇ ਨਾਲ ਦਿੱਤੀ ਜਾਵੇ ਮੋਸਟ ਟਰਸਟਡ ਜਿਹੜੀ ਮੈਂ ਪਹਿਲਾਂ ਗੱਲ ਕਰ ਰਿਹਾ ਸੀ ਇਹ ਐਡਵਾਈਜ਼ਰਸ ਦੀ ਟੀਮ ਜਿਹੜੀ ਹੈ ਉਹ ਤੁਹਾਡੀ ਸੇਵਾ ਦੇ ਵਿੱਚ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਹਾਜ਼ਰ ਰਹਿੰਦੀ ਹੈ ਬਾਕੀ ਜਿਹੜੀ ਗੱਲਬਾਤ ਆ ਉਹ ਤੁਸੀਂ ਸਕਰੀਨ ਤੇ ਵੀ ਦੇਖ ਰਹੇ ਹੋ ਚਾਹੇ ਫੋਨ ਨੰਬਰਸ ਹੋਣ ਚਾਹੇ ਉਹਨਾਂ ਦੀ ਈਮੇਲ ਹੋਵੇ advisors@kiviana-immigration.co.nz ਇਹ ਸ਼ੁਰੂਆਤਾਂ ਪਵਨਦੀਪ ਜੀ ਕਦੋਂ ਹੋਈਆਂ ਕਦੋਂ ਤੁਹਾਡੇ ਦਿਲ ਚ ਆਈ ਕਿ ਨਹੀਂ ਯਾਰ ਆਪਾਂ ਨੂੰ ਇਸ ਕੰਮ ਦੇ ਵਿੱਚ ਪੈਰ ਰੱਖਣਾ ਚਾਹੀਦਾ ਕਿਉਂਕਿ ਪੈਸਾ ਇੱਕ ਵੱਖਰੀ ਚੀਜ਼ ਆ ਪੈਸੇ ਦੇ ਲਈ ਬਹੁਤ ਸਾਰੇ ਵੱਖ-ਵੱਖ ਪ੍ਰੋਫੈਸ਼ਨ ਆ ਇਹ ਜਿਹੜਾ ਕੰਮ ਆ ਇਹ ਥੋੜਾ ਕਮਿਊਨਿਟੀ ਦੇ ਭਲੇ ਵਾਲਾ ਕੰਮ ਵੀ ਆ ਬਿਲਕੁਲ ਸੋ ਜਿਹੜੀ ਐਕਚੁਅਲ ਸ਼ੁਰੂਆਤ 2014 ਚ ਹੋਈ ਹੈ ਅੱਜ ਤੋਂ 8 ਸਾਲ ਪਹਿਲਾਂ ਜਦੋਂ ਐਜ਼ ਅਸੀਂ ਇੰਡੀਆ ਆਪਣਾ ਆਫਿਸ ਐਸਟੈਬਲਿਸ਼ ਕੀਤਾ ਉਦੋਂ ਫਿਰ ਤੁਹਾਡੀ ਉਮਰ 16 ਸਾਲ ਹੀ ਹੋਣੀ ਹੈ 16 ਨਹੀਂ 26 ਬਟ that was like 8 years back ਤੇ ਆਪਾਂ ਐਜ਼ ਅ ਇੰਟਰਨੈਸ਼ਨਲ ਸਟੂਡੈਂਟ ਰਿਕਰੂਟਮੈਂਟ ਤੋਂ ਸਟਾਰਟ ਕੀਤਾ ਸੀਗਾ ਤੇ ਖੁਦ ਵੀ ਤੁਸੀਂ ਸਟੂਡੈਂਟ ਹੀ ਆਏ ਸੀਗੇ ਕਿੰਨੀ ਖੂਬਸੂਰਤ ਗੱਲ ਆ ਬਿਲਕੁਲ ਸੋ ਤੁਸੀਂ ਉਹ ਸਾਰੀਆਂ ਚੀਜ਼ਾਂ ਨੂੰ ਅੰਦਰੋਂ ਜਾਣਦੇ ਸੀ ਕਿ ਹਾਂ ਬਈ ਆਹ ਬੈਰੀਅਰਸ ਜਿਹੜੇ ਆ ਸਾਨੂੰ ਕ੍ਰਾਸ ਕਰਨੇ ਪੈਂਦੇ ਆ ਬਿਲਕੁਲ ਤੇ ਐਜ਼ ਐਨ ਐਕਸਪੈਰੀਮੈਂਟ ਸਟਾਰਟ ਕੀਤਾ ਸੀਗਾ ਜਸਟ ਟੂ ਸਟਾਰਟ ਵਿਦ ਐਜ਼ ਐਨ ਐਕਸਪੈਰੀਮੈਂਟ ਸ਼ੌਂਕੀਆ ਤੌਰ ਤੇ ਕਿਉਂਕਿ ਜਦੋਂ ਇੱਥੇ ਸੈਟਲ ਹੋਏ ਪੀਆਰ ਹੋਈ ਤੇ ਕਾਫੀ ਲੋਕਾਂ ਨੇ ਅਪਰੋਚ ਕਰਨਾ ਸ਼ੁਰੂ ਕੀਤਾ ਕਿ ਆਪਾਂ ਕਿੱਦਾਂ ਆ ਸਕਦੇ ਆ ਤੁਸੀਂ ਕਿੱਦਾਂ ਆਏ ਸੀਗੇ ਕਿਹੜਾ ਕੋਰਸ ਸਹੀ ਹੈ ਤੇ ਇਨਕੁਆਇਰੀਜ਼ ਕਾਫੀ ਜ਼ਿਆਦਾ ਸੀਗੀਆਂ ਜਿਆਦਾ ਸ਼ੌਂਕੀਆ ਤੌਰ ਤੇ I jumped into this profession ਨਾਲ ਮੈਂ ਆਪਣੀ ਜੌਬ ਵੀ ਕਰ ਰਿਹਾ ਸੀਗਾ ਬਟ ਓਵਰ ਦਾ ਪੀਰੀਅਡ ਆਫ ਟਾਈਮ I realized ਕਿ ਅਗਰ ਔਨ ਸ਼ੋਰ ਵੀ ਅਗਰ ਆਪਣੇ ਕੰਮ ਨੂੰ ਥੋੜਾ ਵਧੀਆ ਸਲਾਹ ਦੇਣੀ ਹੈ ਕੰਮ ਨੂੰ ਅਗਰ ਅੱਗੇ ਵਧਾਉਣਾ ਹੈ ਤੇ ਡੈਫੀਨਿਟਲੀ ਲਾਇਸੈਂਸਿੰਗ ਹੋਣੀ ਬਹੁਤ ਜ਼ਰੂਰੀ ਹੈ ਤੇ ਇਸ ਕਰਕੇ 2018 ਚ ਜਿਹੜਾ ਮੈਂ ਆਪਣਾ ਪੂਰਾ ਜਿਹੜਾ ਲਾਇਸੈਂਸਿੰਗ ਦਾ ਪ੍ਰੋਸੈਸ ਸੀਗਾ ਉਹ ਪੂਰਾ ਕੀਤਾ ਤੇ 1 ਜਨਵਰੀ 2019 ਜਿਹੜਾ ਜਦੋਂ ਨਵਾਂ ਸਾਲ ਚੜਿਆ 2019 ਦਾ then I started my career as a licensed advisor it's been more than 3 years now and by the grace of God ਵਧੀਆ ਚੱਲ ਰਿਹਾ ਕਮਿਊਨਿਟੀ ਦਾ ਵੀ ਬਹੁਤ ਸਹਿਯੋਗ ਰਿਹਾ ਮੈਂ ਦੇਖ ਰਿਹਾ ਜਿਹੜੇ ਨਵੇਂ ਪੂਰ ਦੇ ਮੁੰਡੇ ਕੁੜੀਆਂ ਉਹ ਤੁਹਾਡੇ ਚੇਲੇ ਹੀ ਬਣ ਗਏ ਬਿਲਕੁਲ ਉਹ ਜੁੜ ਗਏ ਬਿਕੋਜ਼ ਇੱਕ ਕੀ ਕਹਿੰਦੇ ਕਿ ਸਹੀ ਸਲਾਹ ਦੇਣਾ ਫ੍ਰੈਂਡਲੀ ਤਰੀਕੇ ਨਾਲ ਐਂਡ ਅਥੈਂਟਿਕ ਵੇ ਦੇ ਨਾਲ ਅੱਖਾਂ ਮੀਟ ਕੇ ਯਕੀਨ ਕਰਦੇ ਹਾਂ ਜੇ ਪਵਨਦੀਪ ਭਾਜੀ ਨੇ ਕਹਿਤਾ ਸਭ ਨੂੰ ਹੋ ਗਿਆ ਤੇ ਆਈ ਅੰਡਰਸਟੈਂਡ ਤੁਹਾਡੇ ਨਾਲ ਕਾਫੀ ਲੋਕੀ ਜੁੜੇ ਹੋਣੇ ਆ ਬਟ ਉਹ ਇਹ ਕਿ ਇੱਕ ਕੀ ਕਹਿੰਦੇ ਨਾ ਅਥੈਂਟਿਕ ਤਰੀਕੇ ਨਾਲ ਸਹੀ ਸਲਾਹ ਦੇਣਾ ਇਜ਼ ਲਾਈਕ ਵੈਰੀ ਇੰਪੋਰਟੈਂਟ ਵੈਰੀ ਨਾਈਸ ਪਵਨਦੀਪ ਜਦੋਂ ਅਸੀਂ ਚਰਚਾ ਕਰ ਰਹੇ ਹਾਂ ਮੈਂ ਪਹਿਲਾਂ ਵੀ ਇਸ਼ਾਰਾ ਕੀਤਾ ਕਿ ਬਹੁਤ ਸਾਰੀਆਂ ਵੱਖ-ਵੱਖ ਕੈਟਾਗਰੀਜ਼ ਹੁੰਦੀਆਂ ਜਿਨ੍ਹਾਂ ਦੇ ਵਿੱਚ ਲੋਕ ਚਾਹੁੰਦੇ ਆ ਕਿ ਸਾਡੇ ਭੈਣ ਭਾਈ ਜਿਹੜੇ ਨੇ ਉਹ ਇੱਥੇ ਪਹੁੰਚਣ ਤੇ ਮੋਟੇ ਤੌਰ ਤੇ ਜੇ ਅਸੀਂ ਨਜ਼ਰ ਮਾਰਦੇ ਹਾਂ ਤੁਸੀਂ ਖੁਦ ਜ਼ਿਕਰ ਕੀਤਾ ਕਿ ਇੱਕ ਅੰਤਰਰਾਸ਼ਟਰੀ ਵਿਦਿਆਰਥੀ ਦੇ ਤੌਰ ਤੇ ਇਸ ਮੁਲਕ ਦੇ ਵਿੱਚ ਤੁਸੀਂ ਆਏ ਸੋ ਸਟੂਡੈਂਟ ਵੀਜ਼ਾ ਵਰਕ ਵੀਜ਼ਾ ਵਿਜ਼ਟਰ ਵੀਜ਼ਾ ਫੈਮਿਲੀ ਸਟਰੀਮ ਟੈਂਪਰੇਰੀ ਵੀਜ਼ਾ ਰੈਜ਼ੀਡੈਂਸ ਵੀਜ਼ਾ ਐਮਪਲੋਇਰ ਐਕ੍ਰੀਡੇਸ਼ਨ ਜਿਹੜੀ ਕਿ ਹੁਣ ਚਰਚਾ ਦੇ ਵਿੱਚ ਬਹੁਤ ਹੈ ਇਹਦੀ ਵੀ ਚਰਚਾ ਕਰਾਂਗੇ ਅੱਗੇ ਚੱਲ ਕੇ ਕੰਪਲੈਕਸ ਇਮੀਗ੍ਰੇਸ਼ਨ ਮੈਟਰਸ ਇਹਨਾਂ ਦੇ ਵਿੱਚ ਕਿਹੜੇ ਮੈਟਰਸ ਕੰਪਲੀਕੇਸ਼ਨ ਜਿਹੜੀਆਂ ਉਹ ਕ੍ਰੀਏਟ ਕਰਦੇ ਆ ਤੇ ਕਿਵੇਂ ਤੁਸੀਂ ਉਹਨਾਂ ਗੁੰਝਲਾਂ ਨੂੰ ਖੋਲਦੇ ਹੋ ਤੇ ਫਿਰ ਬਿਜ਼ਨਸ ਇਨਵੈਸਟਰ ਵੀਜ਼ਾ ਜਿਹੜਾ ਉਹਦੇ ਬਾਰੇ ਵੀ ਅਸੀਂ ਅੱਜ ਥੋੜਾ ਇਸ਼ਾਰਾ ਜਿਹੜਾ
ਉਹ ਸਾਰੀ ਤਰ੍ਹਾਂ ਦਾ ਦਿੰਦੇ ਚੱਲਾਂਗੇ। ਤੇ ਮੈਨੂੰ ਉਮੀਦ ਹੈ ਕਿ ਭਾਵੇਂ ਕਿ ਇਸ ਗੱਲਬਾਤ ਨੂੰ ਸਾਡੇ ਵੱਖ-ਵੱਖ ਉਮਰਾਂ ਦੇ ਵਰਗ ਦੇ ਲੋਕ ਜਿਹੜੇ ਨੇ ਉਹ ਸੁਣ ਰਹੇ ਨੇ, ਦੇਖ ਰਹੇ ਨੇ, ਮੈਂ ਉਮੀਦ ਕਰਦਾ ਕਿ ਇਸ ਗੱਲਬਾਤ ਦੇ ਵਿੱਚ ਉਹ ਸ਼ਮੂਲੀਅਤ ਵੀ ਕਰ ਸਕਦੇ ਨੇ। ਬਾਅਦ ਵਿੱਚ ਵੀ ਜੇ ਇਸ ਵੀਡੀਓ ਨੂੰ ਦੇਖਣ ਤੇ ਉਹ ਆਪਣੇ ਸਵਾਲਾਤ ਜਿਹੜੇ ਨੇ ਉਹ ਕਿਵੀਆਨਾ ਇਮੀਗ੍ਰੇਸ਼ਨ ਨੂੰ ਸਿੱਧਾ ਕਰ ਸਕਦੇ ਨੇ। ਇਸ ਦੇ ਜਵਾਬ ਜਿਹੜੇ ਨੇ ਜਾਂ ਫੀਡਬੈਕ ਜਿਹੜੀ ਆ ਉਹ ਜ਼ਰੂਰ ਇਹ ਟੀਮ ਜਿਹੜੀ ਆ ਉਹ ਦਿੰਦੀ ਚਲੇਗੀ। ਸੋ ਪਵਨਦੀਪ ਜੀ, ਜੇ ਅਸੀਂ ਅੱਜ ਦੀ ਡੇਟ 'ਚ ਗੱਲ ਕਰਦੇ ਹਾਂ, ਇਹ ਚਰਚਾ ਬਹੁਤ ਗਰਮ ਹੈ ਕਿ ਐਕਰੀਡੇਸ਼ਨ ਜਿੰਨੀ ਜਲਦੀ ਹੋ ਸਕਦਾ ਕਰਵਾ ਲਈ ਜਾਵੇ। ਐਕਰੀਡੇਸ਼ਨ ਦਾ ਪ੍ਰੋਸੈਸ ਜਿਹੜਾ ਆ, ਕਈ ਲੋਕ ਹਿਚਕਚਾਉਂਦੇ ਆ, ਉਹਨਾਂ ਨੂੰ ਇਹ ਲੱਗਦਾ ਕਿ ਨਹੀਂ ਯਾਰ ਇਹ ਬੜਾ ਗੁੰਝਲਦਾਰ ਜਿਹਾ ਪ੍ਰੋਸੈਸ ਹੋਣਾ। ਇਹਦੇ ਬਾਰੇ ਸਾਡੇ ਸਰੋਤਿਆਂ ਨਾਲ ਥੋੜੀ ਸਾਂਝ ਪਾਓ, ਕਿਉਂਕਿ ਤੁਸੀਂ ਭਾਸ਼ਾ ਜਿਹੜੀ ਪੰਜਾਬੀ, ਹਿੰਦੀ, ਇੰਗਲਿਸ਼ ਬਹੁਤ ਫਲੂਐਂਟਲੀ ਬੋਲ ਲੈਂਦੇ ਆ। ਸੋ ਪੰਜਾਬੀ ਜ਼ਬਾਨ ਦੇ ਵਿੱਚ ਬਿਲਕੁਲ ਸਰਲ ਤਰੀਕੇ ਨਾਲ ਐਕਰੀਡੇਸ਼ਨ ਨੂੰ ਸਮਝਣਾ ਹੋਵੇ ਤਾਂ ਤੁਹਾਡੀ ਕੀ ਟਿੱਪਣੀ ਹੈ? ਓਕੇ, ਸੋ ਬੇਸਿਕਲੀ ਸਭ ਤੋਂ ਪਹਿਲੇ ਸਾਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਐਕਰੀਡੇਸ਼ਨ ਆਈ ਕਿਉਂ ਹੈ। ਅੱਛਾ ਜੀ। ਜਿਹੜਾ ਮੇਨ ਫਾਊਂਡੇਸ਼ਨ ਹੈ ਉਹ ਕਿਉਂ ਬਣੀ ਹੈ ਐਕਰੀਡੇਸ਼ਨ ਦੀ। ਜੀ। ਤੁਹਾਨੂੰ ਪਤਾ ਹੈ ਕਿ ਪਿਛਲੇ 10-20 ਸਾਲ 'ਚ ਜਦ ਦੀ ਮਾਈਗ੍ਰੇਸ਼ਨ ਜਿਹੜੀ ਮਕਬੂਲ ਹੋਈ ਹੈ ਇਸ ਕੰਟਰੀ ਦੇ ਵਿੱਚ, ਐਕਸਪਲੋਇਟੇਸ਼ਨ ਵੀ ਵੱਧੀ ਹੈ। ਖਾਸ ਕਰਕੇ ਆਪਣੀ ਅਗਰ ਇੰਡੀਅਨ ਕਮਿਊਨਿਟੀ ਦੀ ਗੱਲ ਕਰੀਏ, ਕਾਫੀ ਜਿਹੜੇ ਮਾਈਗ੍ਰੈਂਟ ਸੀਗੇ, ਜਿਹੜੇ ਨੌਜਵਾਨ ਸੀਗੇ, ਉਹਨਾਂ ਨੂੰ ਸੰਘਰਸ਼ ਕਰਨਾ ਪਿਆ। ਦੇ ਵਰ ਐਕਸਪਲੋਇਟਡ, ਇੱਕ ਸਿਸਟਮ ਨਹੀਂ ਸੀਗਾ। ਤੇ ਉਹ ਜਿਹੜਾ ਐਕਸਪਲੋਇਟੇਸ਼ਨ ਹੋਈ ਹੈ ਓਵਰ ਦਾ ਪੀਰੀਅਡ ਆਫ ਟਾਈਮ, ਉਸ ਚੀਜ਼ ਨੂੰ ਰੋਕਣ ਲਈ ਉਹਨੂੰ ਵੈਸੇ ਤੁਸੀਂ ਇਸ ਚੀਜ਼ ਨੂੰ ਪਰਸਨਲੀ ਨੋਟ ਕੀਤਾ ਵੀ EMPLOYERS ਦਾ ਵੀ ਧੱਕਾ ਹੋਇਆ ਕਿਤੇ ਡੈਫੀਨਿਟਲੀ ਇਟਸ ਅ ਦੋਨੇ ਪਾਸੇ ਟੂ ਵੇ ਥਿੰਗ ਹੈ। ਬਟ ਅਗੇਨ ਜੋ ਇਮੀਗ੍ਰੇਸ਼ਨ ਦਾ ਪਰਸਪੈਕਟਿਵ ਸੀਗਾ ਉਹ ਇਹ ਸੀਗਾ ਕਿ ਜਿਹੜੇ ਮਾਈਗ੍ਰੈਂਟਸ ਹੈਗੇ ਉਹਨਾਂ ਨੂੰ ਇੱਕ ਵਧੀਆ ਮੈਸੇਜ ਆਏ। ਬਿਲਕੁਲ ਸਹੀ, ਤਾਂ ਕਿ ਸਟ੍ਰੀਮਲਾਈਨ ਕਰ ਦਈਏ ਸਾਰੇ ਸਿਸਟਮ ਨੂੰ, ਇੱਕ ਫਰੇਮਵਰਕ ਦੇ ਵਿੱਚ ਬੰਨ੍ਹ ਦਈਏ ਤਾਂ ਕਿ ਦੋਨੇ ਪਾਸਿਓਂ ਧੱਕਾ ਜਿਹੜਾ ਬੰਦ ਹੋ ਜਾਏ। ਤੇ ਉਸ ਜਿਹੜਾ ਉਹ ਧੱਕੇ ਨੂੰ ਰੋਕਣ ਲਈ ਬੇਸਿਕਲੀ ਜਿਹੜਾ ਐਮਪਲੋਇਰ ਐਕ੍ਰੈਡੀਟੇਸ਼ਨ ਦਾ ਜਿਹੜਾ ਅਨਾਉਂਸਮੈਂਟ ਕੀਤੀ ਗਈ ਹੈ ਜੀ। ਤੇ ਐਮਪਲੋਇਰ ਐਕ੍ਰੈਡੀਟੇਸ਼ਨ ਪਹਿਲੇ ਜਦੋਂ ਸਟਾਰਟ ਨਹੀਂ ਹੋਈ ਸੀ ਤਾਂ ਬਹੁਤ ਹਵਾ ਬਣਿਆ ਹੋਇਆ ਸੀਗਾ। ਹਾਂਜੀ, ਬਟ ਅਗੇਨ ਇਟਸ ਨਾਟ ਅ ਟਫ ਪ੍ਰੋਸੈਸ। ਠੀਕ ਹੈ, ਅਗਰ ਤੁਸੀਂ ਸਹੀ ਤਰੀਕੇ ਨਾਲ ਚੱਲ ਰਹੇ ਹੋ, ਤੁਸੀਂ ਆਪਣੇ ਆਈਆਈਡੀ ਦਾ ਟੈਕਸਸ ਪੇ ਕਰ ਰਹੇ ਹੋ, ਤੁਸੀਂ ਆਪਣੇ EMPLOYEES ਦਾ ਖਿਆਲ ਰੱਖ ਰਹੇ ਹੋ, ਤੁਸੀਂ ਸਾਰੇ ਜਿਹੜੇ EMPLOYMENT ਲਾਜ਼ ਐਂਡ ਰੈਗੂਲੇਸ਼ਨਸ ਹੈਗੇ ਉਹਨੂੰ ਫੋਲੋ ਕਰ ਰਹੇ ਹੋ, ਤੇ ਐਸਾ ਤੁਹਾਨੂੰ ਦਿੱਕਤ ਆਣੀ ਨਹੀਂ ਚਾਹੀਦੀ। ਠੀਕ ਹੈ, ਮੈਂ ਸਮਝ ਗਿਆ। ਤੇ ਗੱਲ ਹੈਗੀ ਜਦੋਂ ਐਕ੍ਰੈਡੀਟੇਸ਼ਨ ਅਟੇਨ ਕਰਨ ਦੀ, ਐਕ੍ਰੈਡੀਟੇਸ਼ਨ ਕਈਆਂ ਵਾਸਤੇ ਬਹੁਤ ਸਿੰਪਲ ਹੈ, ਕਈਆਂ ਵਾਸਤੇ ਕੰਪਲੈਕਸ ਵੀ ਹੈ। ਓਕੇ, ਹੁਣ ਜਿਵੇਂ ਅਸੀਂ ਕੇਸਿਸ ਕਰ ਰਹੇ ਹਾਂ, ਕਈਆਂ ਦੀ ਅਗਰ ਸਾਰਾ ਕੁਝ ਕਲੀਨ ਹੈ, ਇਮੀਗ੍ਰੇਸ਼ਨ ਕੋਈ ਕੁਐਸਚਨਸ ਨਹੀਂ ਰੇਜ਼ ਕਰ ਰਹੀ, ਕੁਝ ਨਹੀਂ ਕਰ ਰਹੀ। ਬਟ ਅਗੇਨ देयर ਆਰ ਬਿਜ਼ਨੈਸਸ ਜਿਨ੍ਹਾਂ ਨੇ ਪਹਿਲੇ ਜਦੋਂ ਐਸੈਂਸ਼ੀਅਲ ਸਕਿੱਲਸ ਵਰਕ ਵੀਜ਼ਾ ਲਗਵਾਏ, ਸਪੋਰਟ ਕੀਤਾ, ਕੁਝ ਐਵੇਂ ਦੀ ਇਨਫੋਰਮੇਸ਼ਨ ਸਮ ਗ੍ਰੇ ਏਰੀਆ ਸਮਵੇਅਰ, ਕੁਝ ਗ੍ਰੇ ਏਰੀਆ ਹੈਗਾ, ਦੇ ਆਰ ਕਮਿੰਗ ਬੈਕ ਵਿਦ ਦ ਕੁਐਰੀਜ਼ ਕਿ ਓਕੇ ਆ ਸਾਨੂੰ ਚੀਜ਼ਾਂ ਜਿਹੜੀਆਂ ਉਹ ਤੁਸੀਂ ਕਲੈਰੀਫਾਈ ਕਰਕੇ ਦਿਓ। ਫਰਸਟ ਕਰ ਲਓ ਸਮੂਥ ਪ੍ਰੋਸੈਸ ਆ ਤਾਂ ਹਾਊ ਲੌਂਗ ਇਟ ਵਿਲ ਟੇਕ ਟੂ ਗੈਟ ਇਟ? ਸਮੂਥ ਪ੍ਰੋਸੈਸ ਭਾਜੀ, ਆਈ ਮੀਨ ਕਈ ਐਕ੍ਰੈਡੀਟੇਸ਼ਨ ਸਾਡੀਆਂ ਇੱਕ ਦਿਨ ਚ ਵੀ ਆਈਆਂ। ਅੱਛਾ, ਠੀਕ ਹੈ, ਐਂਡ ਕਈਆਂ ਨੂੰ 3 ਤੋਂ 4 ਹਫ਼ਤੇ ਵੀ ਲੱਗੇ। ਇਹਦਾ ਕੋਈ ਸੈਟ ਪੈਰਾਮੀਟਰ ਨਹੀਂ ਹੈ ਕਿ ਕਿਹੜੀਆਂ ਇੱਕ ਦਿਨ ਚ ਆਣਗੀਆਂ, ਕਿਹਨਾਂ ਨੂੰ 3 ਹਫ਼ਤੇ ਜਾਂ 4 ਹਫ਼ਤੇ ਲੱਗਣਗੇ। ਇਹ ਟੋਟਲੀ ਡਿਪੈਂਡ ਕਰਦਾ ਹੈ ਬਿਜ਼ਨਸ ਟੂ ਬਿਜ਼ਨਸ ਦੇ ਉੱਪਰ। ਬਿਜ਼ਨਸ ਦਾ ਨੇਚਰ ਕੀ ਹੈ, ਤੁਸੀਂ ਕਿੰਨੇ ਬੰਦੇ ਆਲਰੇਡੀ ਇੰਪਲੋਏ ਕੀਤੇ ਹੋਏ ਆ, ਕਿਹਨਾਂ ਨੂੰ ਸਪੋਰਟ ਕੀਤਾ ਹੋਇਆ ਹੈ। ਸੋ ਇਮੀਗ੍ਰੇਸ਼ਨ ਹੈਜ਼ ਗॉट देयर ਓਨ ਪੈਰਾਮੀਟਰਸ ਐਟ ਦ ਬੈਕ ਐਂਡ, ਜਿਨ੍ਹਾਂ ਨੂੰ ਨਾਪ ਤੋਲ ਕੇ ਉਹ ਬੇਸਿਕਲੀ ਜਿਹੜਾ ਹੈ ਅਕੋਰਡਿੰਗਲੀ ਉਹ ਪ੍ਰੋਸੈਸ ਕਰ ਰਹੇ ਹਨ। ਬਿਲਕੁਲ ਸਹੀ। ਇੱਕ ਮੇਰਾ ਸਵਾਲ ਹੈ ਵੀ ਤੁਹਾਨੂੰ ਪਤਾ ਨਿਊਜ਼ੀਲੈਂਡ ਦੇ ਵਿੱਚ ਬਿਜ਼ਨੈਸਸ ਜਿਹੜੇ ਨੇ ਉਹ ਵੀ ਅਲੱਗ-ਅਲੱਗ ਕੈਟਾਗਰੀਜ਼ ਦੇ ਹਿਸਾਬ ਦੇ ਨਾਲ ਰਜਿਸਟਰਡ ਹੁੰਦੇ ਆ। ਫਰਜ਼ ਕਰੋ ਕੋਈ ਚੈਰੀਟੇਬਲ ਟਰਸਟ ਹੈ, ਹਾਂਜੀ, ਉਹਨਾਂ ਨੂੰ ਕੋਈ ਪਾਰਟਿਕੂਲਰ ਬੰਦਾ ਇਦਾਂ ਚਾਹੀਦਾ ਕਿ ਉਹ ਵੀ ਐਕ੍ਰੈਡੀਟੇਸ਼ਨ ਕਰਵਾ ਸਕਦੇ? ਬਿਲਕੁਲ ਕਰਾ ਸਕਦੇ। ਓਕੇ, ਕੋਈ ਇਸ਼ੂ ਨਹੀਂ ਹੈ। ਦੂਸਰੀ ਗੱਲ ਆ ਵੀ ਮੈਂ ਤੁਹਾਨੂੰ ਇੱਕ ਕੇਸ ਸਟੱਡੀ ਦਿੰਦਾ। ਫਰਜ਼ ਕਰੋ ਮੇਰਾ ਇੱਕ ਦੋਸਤ ਆ, ਉਹਦਾ ਇੰਡੀਅਨ ਰੈਸਟੋਰੈਂਟ ਆ, ਹਾਂਜੀ, ਤੇ ਉਹ ਬੜੇ ਲੰਬੇ ਸਮੇਂ ਤੋਂ ਸੰਘਰਸ਼ ਕਰ ਰਿਹਾ ਆਪਣੇ ਪਰਿਵਾਰ ਦੇ ਨਾਲ, ਉਹ ਰੈਸਟੋਰੈਂਟ ਦੇ ਵਿੱਚ ਕੰਮ ਕਰਦਾ। ਹੁਣ ਉਹਦੇ ਬੱਚੇ ਜਿਹੜੇ ਆ ਉਹ ਅੱਗੇ ਡਿਗਰੀਆਂ ਕਰ ਗਏ, ਉਹ ਬਾਹਰਲੇ ਸ਼ਹਿਰਾਂ ਦੇ ਵਿੱਚ ਓਪਰਚੁਨਿਟੀਜ਼ ਆਪਣੀ ਡਿਗਰੀ ਪ੍ਰੋਗਰਾਮ ਦੇ ਮੁਤਾਬਕ ਲੈਣੀ ਚਾਹੁੰਦੇ ਆ, ਉਹ ਘੱਟੋ ਘੱਟ 2 ਵਰਕਰ ਉਹਨੂੰ ਚਾਹੀਦੇ ਆ। ਸੋ ਪ੍ਰੋਸੈਸ ਕੀ ਆ? ਮਿਨੀਮਮ 5 ਲੋਕਾਂ ਦੀ ਪਹਿਲਾਂ ਐਕ੍ਰੈਡੀਟੇਸ਼ਨ ਦੇ ਲਈ ਪਰਮਿਸ਼ਨ ਲੈਣੀ ਪੈਂਦੀ ਆ, ਅਪਰੂਵਲ ਲੈਣੀ ਪੈਂਦੀ ਹੈ, ਜਾਂ ਕਿਵੇਂ ਇਹ ਕੰਮ ਕਰਦਾ? ਓਕੇ, ਸੋ ਬੇਸਿਕਲੀ ਮੇਨ 3 ਤਰ੍ਹਾਂ ਦੀ ਐਕ੍ਰੈਡੀਟੇਸ਼ਨ ਹੈ। ਇੱਕ ਹੈਗੀ ਹੈ ਸਟੈਂਡਰਡ ਐਕ੍ਰੈਡੀਟੇਸ਼ਨ। ਅੱਛਾ ਜੀ, ਜਿਹਦੇ ਵਿੱਚ 2 ਹੈਗੇ ਆ ਕਿ ਅਗਰ ਤੁਸੀਂ 5 ਬੰਦੇ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤੇ ਉਹ ਸਟੈਂਡਰਡ ਬਿਜ਼ਨਸ ਐਕ੍ਰੈਡੀਟੇਸ਼ਨ ਹੈ। ਅੱਛਾ, ਅਗਰ ਤੁਸੀਂ 5 ਤੋਂ ਜ਼ਿਆਦਾ ਬੰਦਿਆਂ ਨੂੰ ਇੰਪਲੋਏ ਕਰਨਾ ਚਾਹੁੰਦੇ ਹੋ ਤੇ ਉਹ ਹਾਈ ਵੋਲਿਊਮ ਐਕ੍ਰੈਡੀਟੇਸ਼ਨ ਹੈ। ਅੱਛਾ, 2 ਤਰ੍ਹਾਂ ਦੀ ਐਕ੍ਰੈਡੀਟੇਸ਼ਨ ਹੈਗੀ, ਡਿਪੈਂਡ ਕਰਦਾ ਕਿ ਤੁਹਾਡੀ ਇੱਛਾ ਕੀ ਹੈ, ਤੁਸੀਂ ਕਿੰਨੇ, ਤੁਹਾਡਾ ਨੇਚਰ ਆਫ ਬਿਜ਼ਨਸ ਕੀ ਹੈ। ਅਗਰ ਤੁਹਾਡਾ ਇੱਕ ਲੈਟਸ ਸੇ ਅਗਰ ਤੁਸੀਂ ਇੱਕ ਬਹੁਤ ਵੱਡੀ ਇੰਜੀਨੀਅਰਿੰਗ ਕੰਪਨੀ ਹੈਗੇ ਹੋ, ਤੁਹਾਨੂੰ ਮਲਟੀਪਲ ਇੰਜੀਨੀਅਰਸ ਚਾਹੀਦੇ ਆ, ਬਿਲਕੁਲ ਡੈਫੀਨਿਟਲੀ ਟ੍ਰੇਡੀਜ਼ ਚਾਹੀਦੇ ਆ, ਐਗਜ਼ੈਕਟਲੀ, ਤਾਂ ਤੁਹਾਨੂੰ ਹਾਈ ਵੋਲਿਊਮ ਐਕ੍ਰੈਡੀਟੇਸ਼ਨ ਹੀ ਕਰਾਣੀ ਪਏਗੀ। ਬਟ ਅਗਰ ਕੋਈ ਸਮਾਲ ਟੂ ਮੀਡੀਅਮ ਸਾਈਜ਼ ਬਿਜ਼ਨਸ ਹੈ, ਜਿਵੇਂ ਕਿ ਰੈਸਟੋਰੈਂਟ, ਜਿਹਦੇ ਵਿੱਚ ਇੱਕ ਸ਼ੈਫ ਚਾਹੀਦਾ, ਕਿਚਨ ਹੈਂਡ ਚਾਹੀਦਾ, ਤੇ ਕੁੱਲ ਮਿਲਾ ਕੇ 5 ਤੋਂ 6 ਬੰਦੇ ਬਣਦੇ ਆ। ਓਕੇ, ਇਨ that way you can go for standard accreditation as well. Once they get approval for the accreditation for 5 people, ਉਹਦੇ ਵਿੱਚ ਅੱਗੇ ਚੱਲ ਕੇ ਕੁਝ ਇਸ ਤਰ੍ਹਾਂ ਦੀਆਂ ਵੀ ਕੈਟਾਗਰੀਜ਼ ਬਣ ਜਾਂਦੀਆਂ ਵੀ ਨਹੀਂ ਜੀ ਨਹੀਂ, ਕਿਚਨ ਹੈਂਡ ਨਹੀਂ ਆ ਸਕਦਾ, ਸਿਰਫ ਇੰਡੀਅਨ ਕਰੀ ਦਾ ਸ਼ੈਫ ਹੀ ਆ ਸਕਦਾ, ਜਾਂ ਵੇਟਰ ਜਾਂ ਵੇਟਰੈਸ ਨਹੀਂ ਆ ਸਕਦੀ, ਜਾਂ ਰਿਸੈਪਸ਼ਨਿਸਟ ਨਹੀਂ ਆ ਸਕਦਾ। ਨਹੀਂ, ਏਦਾਂ ਦਾ ਕੋਈ ਬਾਉਂਡੇਸ਼ਨ ਨਹੀਂ ਹੈ। ਓਕੇ, ਐਸ ਲੌਂਗ ਐਜ਼ ਤੁਸੀਂ ਨੈਸ਼ਨਲ ਮੀਡੀਅਮ ਵੇਜ ਰੇਟ ਦਾ ਕਨਸੈਪਟ ਜਿਹੜਾ ਉਹ ਮੀਟ ਕਰ ਰਹੇ ਹੋ, ਆਬਵੀਅਸਲੀ, ਠੀਕ ਹੈ, ਤੇ ਚਾਹੇ ਤੁਸੀਂ ਸਿਕਿਉਰਿਟੀ ਗਾਰਡ ਬੁਲਾਓ,
ਚਾਹੇ ਤੁਸੀਂ ਰਿਸੈਪਸ਼ਨਿਸਟ ਬੁਲਾਓ, ਚਾਹੇ ਤੁਸੀਂ ਕਿਚਨ ਹੈਂਡ ਬੁਲਾਓ, ਚਾਹੇ ਤੁਸੀਂ ਸ਼ੈਫ ਬੁਲਾਓ, ਚਾਹੇ ਤੁਸੀਂ ਕੁੱਕ ਬੁਲਾਓ, ਇਟ ਡਸ ਨਾਟ ਰੀਲੀ ਮੈਟਰ। ਬਟ ਜਿਹੜਾ ਐਕ੍ਰੀਡੀਟੇਸ਼ਨ ਅਟੇਨ ਕਰਨ ਤੋਂ ਬਾਅਦ ਦਾ ਪ੍ਰੋਸੈਸ ਹੈ, ਜੌਬ ਚੈੱਕ ਐਪਲੀਕੇਸ਼ਨ, that is very complex and technical in nature। ਸੋ ਤੁਸੀਂ ਕਿੰਨੇ ਬੰਦਿਆਂ ਦੀ ਅਪਰੂਵਲ ਲਈ ਫਿਰ? ਹਾਂਜੀ, ਸੋ ਅਗੇਨ ਉਸੇ ਗੱਲ ਤੇ ਆ ਰਹੇ ਹਾਂ। ਸੋ ਬੇਸਿਕਲੀ that is where our expertise come into the picture। ਕਿਉਂਕਿ ਜਦੋਂ essential skills work visa ਲੱਗਦਾ ਸੀਗਾ, ਬਿਲਕੁਲ ਉਸ ਟਾਈਮ ਤੇ ਇਮੀਗ੍ਰੇਸ਼ਨ ਦਾ ਕੋਈ ਸੈਟ ਕ੍ਰਾਈਟੇਰੀਆ ਨਹੀਂ ਸੀਗਾ ਕਿ ਐਡਵਰਟਾਈਜ਼ਮੈਂਟ ਕਿੱਦਾਂ ਦੀ ਹੋਣੀ ਚਾਹੀਦੀ ਹੈ, ਐਮਪਲੋਇਮੈਂਟ ਰਿਕੁਆਇਰਮੈਂਟਸ ਕਿੱਦਾਂ ਦੇ ਹੋਣੇ ਚਾਹੀਦੇ ਹਨ, ਆਲ ਦੈਟ ਸਟਫ। ਬਟ employer accreditation attain ਕਰਨਾ ਫਿਰ ਵੀ easy ਹੈ। ਕਈ ਲੋਕੀ ਜਿਹੜਾ ਲੱਗ ਰਿਹਾ ਕਿ ਅਸੀਂ ਆਪਣੇ ਆਪ ਕਰ ਸਕਦੇ ਹਾਂ, they are doing it, but when they come to the job check, 75% of the employers as per immigration is not making the mistakes। ठीक है, that is where the queries are being raised, that is where they are getting stuck, and that is where our professional advice come into the picture। because अगर थोड़ा job check application fail हो जाता है in case, ਤੇ ਤੁਸੀਂ actually ਪਿੱਛੇ ਹੋ ਰਹੇ ਹੋ ਟਾਈਮ ਤੋਂ। ਬਿਲਕੁਲ ਸਹੀ, ਠੀਕ ਹੈ। ਤੇ ਇਸ ਕਰਕੇ ਇਟਸ ਵੈਰੀ ਇੰਪੋਰਟੈਂਟ ਕਿ ਤੁਸੀਂ ਪਹਿਲੇ ਹੀ ਆਪਣਾ ਜੌਬ ਚੈੱਕ ਐਪਲੀਕੇਸ਼ਨ ਸਹੀ ਸਲਾਹ ਲੈਣ ਤੋਂ ਬਾਅਦ ਆਪਣੀ ਐਡਵਰਟਾਈਜ਼ਮੈਂਟ ਕਰੋ, ਤਾਂ ਕਿ ਤੁਸੀਂ ਜਿਹੜਾ ਜਲਦ ਤੋਂ ਜਲਦ ਜਿਹੜਾ ਕਿ ਤੁਸੀਂ ਆਪਣਾ ਜੋ ਵੀ ਮਾਈਗ੍ਰੈਂਟ ਵਰਕਰ ਨੂੰ ਸਪੋਰਟ ਕਰਨਾ ਚਾਹੁੰਦੇ ਹੋ ਤੁਸੀਂ ਉਹ ਕਰ ਸਕੋ। ਅਗਰ ਤੁਹਾਡਾ ਜੌਬ ਚੈੱਕ ਵੀਜ਼ਾ ਡਿਕਲਾਈਨ ਹੋ ਜਾਂਦਾ ਹੈ ਜਸਟ ਇਨ ਕੇਸ, ਦੈਨ ਯੂ ਆਰ ਬੇਸਿਕਲੀ ਤੁਸੀਂ ਆਪਣੇ 3 ਤੋਂ 4 ਹਫ਼ਤੇ ਜਿਹੜੇ ਉਹ ਖਰਾਬ ਕਰ ਰਹੇ ਹੋ। ਸੋ ਐਕ੍ਰੀਡੇਸ਼ਨ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਪਹਿਲਾਂ ਹੋਮਵਰਕ ਕਰਕੇ ਆਪਾਂ ਨੂੰ ਹੱਥ ਪਾਉਣਾ ਚਾਹੀਦਾ। ਬਿਲਕੁਲ ਬਿਲਕੁਲ, ਕੀ ਬਾਤ ਹੈ। ਅੱਛਾ ਪਵਨਦੀਪ ਜੀ, ਜਦੋਂ ਜ਼ਿਕਰ ਚੱਲਦਾ ਵਿਜ਼ਟਰ ਵੀਜ਼ਾ ਦਾ, ਜਿਵੇਂ 31 ਜੁਲਾਈ ਦਾ ਦਿਨ ਆਇਆ, ਲੋਕ ਜਿਹੜੇ ਨੇ ਬੜੇ ਲੰਮੇ ਸਮੇਂ ਤੋਂ ਕੋਵਿਡ ਦੇ ਝੰਬੇ ਹੋਏ ਸਨ, ਵੇਟ ਕਰ ਰਹੇ ਸਨ, ਸਾਡੇ ਭੈਣਾਂ ਭਰਾ, ਸਾਡੇ ਮੰਮੀ ਡੈਡੀ, ਸਾਡੇ ਸੱਸ ਸਹੁਰੇ ਜਿੰਨੀ ਛੇਤੀ ਹੋ ਸਕਦਾ ਮੁਲਕ ਦੇ ਵਿੱਚ ਆ ਜਾਣ। ਇਸ ਵਕਤ ਕੀ ਸਟੇਟਸ ਹੈ ਵੈਸੇ ਵਿਜ਼ਟਰ ਵੀਜ਼ਾ ਜਿਹੜਾ, ਕਿੰਨੀ ਛੇਤੀ ਪ੍ਰੋਸੈਸ ਹੋ ਰਿਹਾ ਜੇ ਅਸੀਂ ਓਵਰਆਲ ਨਜ਼ਰ ਮਾਰਦੇ ਹਾਂ? ਭਾਜੀ ਇਹਦੇ ਵਿੱਚ ਇੱਕ ਇੰਪੋਰਟੈਂਟ ਇਨਫੋਰਮੇਸ਼ਨ ਹੈਗੀ ਹੈ ਕਿ ਜਦੋਂ ਇਮੀਗ੍ਰੇਸ਼ਨ ਨੇ ਵੀਜ਼ਾਸ ਖੋਲੇ ਹੈ ਤੇ ਉਹਨਾਂ ਨੇ ਉਸ ਟਾਈਮ ਤੇ ਇਨਕਰੇਜ ਕੀਤਾ ਕਿ ਜਿਹੜਾ ਅਸੀਂ ਨਵਾਂ ਐਨਹਾਂਸਡ ਪੋਰਟਲ ਬਣਾਇਆ ਹੈ, ਤੁਸੀਂ ਉਹਦੇ ਤੇ ਐਪਲੀਕੇਸ਼ਨਸ ਪਾਓ, ਕਿਉਂਕਿ ਉੱਤੇ ਰੀਅਲ ਟਾਈਮ ਸਟੇਟਸ ਜਿਹੜਾ ਪਤਾ ਲੱਗਦਾ ਹੈ। ਸਾਰਾ ਕੰਮ ਆਨਲਾਈਨ ਹੀ ਚੱਲਦਾ, ਸਾਰਾ ਕੰਮ ਆਨਲਾਈਨ ਹੈ। ਰੀਅਲ ਟਾਈਮ ਸਟੇਟਸ ਪਤਾ ਲੱਗਦਾ ਕਿ ਤੁਹਾਡੀ ਐਪਲੀਕੇਸ਼ਨ ਕਿਹੜੀ ਸਟੇਜ ਤੇ ਹੈਗੀ ਹੈ। ਪਹਿਲੇ ਤੁਸੀਂ ਐਪਲੀਕੇਸ਼ਨ ਲੌਂਚ ਕਰਦੇ ਹੋ, ਫਿਰ ਤੁਸੀਂ ਆਪਣਾ ਪਾਸਪੋਰਟ ਵੈਰੀਫਿਕੇਸ਼ਨ ਲਈ ਭੇਜਦੇ ਹੋ, ਫਿਰ ਉਹ ਗੈਦਰਿੰਗ ਵਿੱਚ ਜਾਂਦੀ ਹੈ, ਫਿਰ ਅੰਡਰ ਅਸੈਸਮੈਂਟ ਜਾਂਦੀ ਹੈ, ਫਿਰ ਅਪਰੂਵਲ ਹੁੰਦੀ ਹੈ। ਤੇ ਤੁਸੀਂ ਰੀਅਲ ਟਾਈਮ ਬੇਸਿਸ ਤੇ ਦੇਖ ਸਕਦੇ ਹੋ ਕਿ ਤੁਹਾਡਾ ਸਟੇਟਸ ਕੀ ਚੱਲ ਰਿਹਾ ਹੈ। ਬਟ ਅਗਰ ਮੈਂ ਤੁਹਾਨੂੰ ਅੰਕੜੇ ਦੱਸਾਂ ਕਿ ਕਿੰਨੇ ਵੀਜ਼ੇ ਅਪਰੂਵ ਹੋਏ ਹੈ, ਸਪੀਡ ਥੋੜੀ ਸਲੋ ਹੈ। ਅੱਛਾ, ਹਾਂਜੀ, ਖਾਸ ਕਰਕੇ ਅਗਰ ਲੈਟਸ ਸੇ ਅਗਰ ਆਪਾਂ ਔਨ ਐਵਰੇਜ ਲੈਟਸ ਸੇ 50 ਵੀਜ਼ਾਸ ਪਾਏ ਹੈ ਤਾਂ ਮੁਸ਼ਕਿਲ ਨਾਲ ਸਿਰਫ 5 ਵੀਜ਼ੇ ਅਪਰੂਵ ਹੋਏ ਹੈ। ਠੀਕ ਹੈ, ਉਹਦਾ ਇੱਕ ਰੀਜ਼ਨ ਹੈ ਭਾਜੀ ਕਿ ਜਿਹੜੇ ਆਪਣਾ VFS ਗਲੋਬਲ ਸਰਵਿਸਿਜ਼ ਹੈਗੇ ਆ ਆਊਟਸਾਈਡ ਨਿਊਜ਼ੀਲੈਂਡ, ਜਿਹੜੇ ਕਿ ਪਾਸਪੋਰਟ ਕਲੈਕਟ ਕਰਦੇ ਆ, ਵੈਰੀਫਿਕੇਸ਼ਨ ਕਰਦੇ ਆ, ਦੇ ਆਰ ਓਵਰਲੋਡਡ। ਤੇ ਜਦ ਤੱਕ ਉਹ ਆਪਣਾ ਪ੍ਰੋਸੈਸ ਕੰਪਲੀਟ ਨਹੀਂ ਕਰਨਗੇ ਤਾਂ ਤੱਕ ਇਮੀਗ੍ਰੇਸ਼ਨ ਆਫੀਸਰ ਜਿਹੜੇ ਉਹ ਕੰਮ ਨਹੀਂ ਕਰ ਸਕਦੇ। ਬਿਲਕੁਲ ਸਹੀ। ਸੋ ਬਿਕੋਜ਼ ਉਹ ਇੱਕ ਕੱਟ ਆਫ ਡੇਟ ਸੀਗੀ ਇਨ ਟਰਮਸ ਆਫ ਕਿਸ ਡੇਟ ਤੋਂ ਸਟਾਰਟ ਹੋ ਰਹੇ ਹੈ, ਇਸ ਕਰਕੇ ਉਹ ਜਿਹੜਾ ਰਸ਼ ਹੈ ਉਹ ਬਹੁਤ ਜ਼ਿਆਦਾ ਪੈ ਗਿਆ। ਬਟ ਮੈਨੂੰ ਲੱਗ ਰਿਹਾ ਕਿ ਹੋਰ ਆਉਣ ਵਾਲੇ 2-3 ਮਹੀਨਿਆਂ ਤੱਕ ਜਿਹੜੀ ਹੈ ਪੂਰੀ ਸਟ੍ਰੀਮਲਾਈਨ ਹੋ ਜਾਏਗਾ ਪ੍ਰੋਸੈਸ। ਅੱਛਾ, ਸੋਸ਼ਲ ਮੀਡੀਆ ਤੇ ਚੰਗਾ ਭੜਥੂ ਪਾਇਆ ਤੁਸੀਂ, 4.9 ਸਟਾਰਸ ਦੇਖ ਰਿਹਾ ਮੈਂ ਤੁਹਾਡੇ। ਰਿਵਿਊਜ਼ ਜਿਹੜੇ ਆ ਬੜੇ ਪਿਆਰੇ ਪਿਆਰੇ ਰਿਵਿਊਜ਼ ਆ, ਇਕੱਲੇ ਪੰਜਾਬੀਆਂ ਦੇ ਨਹੀਂ, ਬਾਕੀ ਜਿਹੜੀਆਂ ਕਮਿਊਨਿਟੀਜ਼ ਨੇ, ਅਲੱਗ-ਅਲੱਗ ਲੋਕ, ਅਲੱਗ-ਅਲੱਗ ਸ਼੍ਰੇਣੀ ਦੇ ਵਿੱਚ ਜਿਨ੍ਹਾਂ ਦਾ ਤੁਸੀਂ ਸਾਥ ਦਿੱਤਾ, ਆਫਕੋਰਸ ਬੜਾ ਪ੍ਰੋਫੈਸ਼ਨਲ ਤਰੀਕੇ ਦੇ ਨਾਲ ਸਾਥ ਦਿੱਤਾ ਹੋਣਾ, ਜਿਸ ਕਰਕੇ ਰਿਵਿਊਜ਼ ਬੜੇ ਸ਼ਾਨਦਾਰ ਨੇ। ਅੱਜ ਕਿਉਂਕਿ ਪਹਿਲੀ ਮੁਲਾਕਾਤ ਆ ਆਪਣੀ ਰੇਡੀਓ ਦੇ ਉੱਤੇ, ਪਵਨਦੀਪ ਜੀ, ਅੱਜ ਅਸੀਂ ਥੋੜਾ ਹਰੇਕ ਵਿਸ਼ੇ ਨੂੰ ਟੱਚ ਕਰਾਂਗੇ। ਜਿਹੜਾ ਇੱਕ ਸਮਾਂ ਆਇਆ ਪਵਨਦੀਪ ਜੀ, ਜਿਹਨੀ ਦਿਨੀ ਤੁਸੀਂ ਵੀ ਸ਼ਾਇਦ ਉਦੋਂ ਇੰਡੀਆ 'ਚ ਹੋਵੋਗੇ, ਜਦੋਂ ਤੁਸੀਂ ਸਟੂਡੈਂਟ ਵੀਜ਼ੇ ਵਾਸਤੇ ਆਪਣੀ ਐਪਲੀਕੇਸ਼ਨ ਤਿਆਰ ਕਰ ਰਹੇ ਸੀ, ਤੁਸੀਂ ਐਕਸਪਲੋਰ ਕੀਤਾ ਹੋਣਾ ਕਿ ਉਹ ਸਮਾਂ ਸੀ ਜਦੋਂ ਦਿੱਲੀ ਤੋਂ, ਮੁੰਬਈ ਤੋਂ, ਕਲਕੱਤਾ ਤੋਂ ਸਾਡੇ ਬਹੁਤ ਭਾਈਬੰਦ ਜਿਹੜੇ ਦੇਸੀ ਇੰਡੀਅਨ ਸੀਗੇ, ਉਹ ਬਿਜ਼ਨਸ ਇਨਵੈਸਟਰ ਵੀਜ਼ਾ ਦੇ ਉੱਤੇ ਵੀ ਇੱਥੇ ਆਏ। ਬਿਲਕੁਲ, ਸਮਾਂ ਬਦਲਦਾ ਗਿਆ ਤੇ ਹੁਣ ਉਹ ਵੀਜ਼ਾ ਇੰਨਾ ਹਰਮਨ ਪਿਆਰਾ ਰਿਹਾ ਨਹੀਂ। ਸੋ ਅਜਿਹਾ ਕਿਉਂ? ਭਾਜੀ ਜਿਹੜੀਆਂ ਰਿਕੁਆਇਰਮੈਂਟਸ ਹੈ ਉਹ ਵੱਧ ਗਈਆਂ। ਹੁਣ ਜਿਹੜੀ ਇਨਵੈਸਟਰ ਕੈਟੇਗਰੀ ਹੈ ਉਹਦੇ ਵਿੱਚ ਵੀ ਇਹਨਾਂ ਨੇ ਚੇਂਜਸ ਕਰਤੇ ਹੈ, ਤੇ ਜਿਹੜੀ ਜਿੰਨਾ ਵੀ ਪੈਸਾ ਤੁਸੀਂ ਇਨਵੈਸਟ ਕਰਨਾ ਹੈ, ਸ਼ੋ ਕਰਨਾ ਹੈ, ਉਹ ਸਾਰਾ ਇਟ ਹੈਜ਼ ਟੂ ਬੀ ਇਨਵਾਈਟ ਹੋਣਾ ਚਾਹੀਦਾ, ਇੱਕ ਨੰਬਰ ਦਾ ਪੈਸਾ ਹੋਣਾ ਚਾਹੀਦਾ। ਠੀਕ ਹੈ ਜੀ। ਤੇ ਖਾਸ ਕਰਕੇ ਅਗਰ ਆਪਾਂ ਇੰਡੀਅਨ ਡਿਸੈਂਟ ਦੀ ਗੱਲ ਕਰਾਂ ਤੇ ਡੈਫੀਨਿਟਲੀ ਇੰਨਾ ਪੈਸਾ ਨਹੀਂ ਹੈ। ਠੀਕ ਹੈ, ਇਸ ਕਰਕੇ ਜਿਹੜੀ ਇਹ ਕੈਟੇਗਰੀ ਸੀਗੀ ਬਿਜ਼ਨਸ ਇਨਵੈਸਟਰ ਕੈਟੇਗਰੀ ਹੈ, ਚਾਈਨੀਜ਼ ਕਮਿਊਨਿਟੀ ਵੀ ਜ਼ਿਆਦਾ ਮਕਬੂਲ ਰਹੀ ਹੈ। ਮਕਬੂਲ, ਇਹ 'ਚ ਕੋਈ ਸ਼ੱਕ ਨਹੀਂ। ਤੁਸੀਂ ਬਿਲਕੁਲ ਸਹੀ। ਇਸ ਕਰਕੇ ਹੁਣ ਜਿਹੜੇ ਚੇਂਜਸ ਇਹਨਾਂ ਨੇ ਕੀਤੇ ਹੈ ਉਹਦੇ ਵਿੱਚ ਅਗੇਨ ਇੰਡੀਅਨਸ ਜਿਹੜੇ ਉਹ ਫਿਟ ਹੀ ਨਹੀਂ ਹੋ ਪਾਉਂਦੇ, ਬਿਕੋਜ਼ ਆਫ ਦੀ ਹਾਈ ਇਨਵੈਸਟਮੈਂਟ ਐਂਡ ਆਲ ਦੈਟ ਸਟਫ। ਇਸ ਕਰਕੇ ਅਗੇਨ ਮੈਨੂੰ ਏਦਾਂ ਲੱਗਦਾ ਕਿ ਇਹ ਇੱਕ ਚਾਈਨੀਜ਼ ਜਿਹੜਾ ਆਪਣੀ ਕਮਿਊਨਿਟੀ ਹੈਗੀ ਹੈ ਉਹਨਾਂ ਵਿੱਚ ਹੀ ਜ਼ਿਆਦਾ ਮਕਬੂਲ ਰਹੇਗੀ ਆਉਣ ਵਾਲੇ ਟਾਈਮ ਵਿੱਚ ਵੀ। ਓਕੇ, ਸੋ ਪਹਿਲਾਂ ਨਾਲੋਂ ਉਹਦਾ ਵੀ ਗੁੰਝਲਦਾਰ ਕਰਤਾ ਪ੍ਰੋਸੈਸ ਇਮੀਗ੍ਰੇਸ਼ਨ ਨੇ ਵੀ। ਪੇਰੈਂਟਸ ਵੀਜ਼ਾ ਕੈਟੇਗਰੀ ਜਿਹੜੀ ਆ ਉਹ ਵੀ ਬੜੇ ਚਿਰਾਂ ਤੋਂ ਰਿਵਿਊ ਦੀ ਉਡੀਕ ਕਰ ਰਹੇ ਅਸੀਂ,
ਖਾਸ ਤੌਰ ਤੇ ਸਾਡੇ ਜਿਹੜੇ ਓਵਰਸਟੇਅਰਸ ਭੈਣਾਂ ਭਰਾ ਨੇ ਉਹ ਵੀ ਬੜੇ ਚਿਰਾਂ ਤੋਂ ਉਡੀਕ ਕਰ ਰਹੇ ਆ। ਤੇ ਮੋਰ ਓਵਰ ਜਿਹੜੀ ਸਭ ਤੋਂ ਵੱਡੇ ਦੁੱਖ ਵਾਲੀ ਗੱਲ ਆ ਕਿ ਜਿਹੜੇ ਸਾਡੇ ਆਫਸ਼ੋਰ ਸਟਕ ਮਾਈਗ੍ਰੈਂਟਸ ਆ ਉਹਨਾਂ ਦੀ ਵੀ ਜਿਹੜੀ ਫਰਿਆਦ ਆ ਉਹ ਸੁਣੀ ਨਹੀਂ ਗਈ। ਇਮੀਗ੍ਰੇਸ਼ਨ ਮਿਨਿਸਟਰ ਭਾਵੇਂ ਚੇਂਜ ਹੋ ਗਿਆ ਲੇਕਿਨ ਮਾਈਕਲ ਵੁੱਡ ਵੀ ਮੈਂ ਦੇਖਿਆ ਘੁੱਗੂ ਬਣ ਕੇ ਬੈਠਾ ਰਹਿੰਦਾ, ਕਰਦਾ ਕੁਝ ਨਹੀਂ ਇਹ ਵੀ। ਬਿਲਕੁਲ ਆਈ ਕੰਪਲੀਟਲੀ ਐਗਰੀ ਵਿਦ ਯੂ ਭਾਜੀ। ਇਹਦੇ ਵਿੱਚ ਨਾ 3-4 ਕੇਸਿਸ ਹੈਗੇ ਆ ਜਿਹੜੇ ਕਿ ਮੈਂ ਤੁਹਾਨੂੰ ਸਿੰਪਲੀਫਾਈ ਕਰਾਂਗਾ ਬਿਕੋਜ਼ ਹੋ ਸਕਦਾ ਸਾਡੇ ਕੀ ਦਰਸ਼ਕ ਐਵੇਂ ਦੇ ਹੋਣ ਜਿਹੜੇ ਕੀ ਸਟਕ ਹੈਗੇ ਆ ਬਟ ਹੋ ਸਕਦਾ ਵੀਜ਼ਾ ਅਪਲਾਈ ਕਰ ਸਕਣ। ਓਕੇ, ਸੋ ਇੱਕ ਤੇ ਉਹ ਕੈਟੇਗਰੀ ਹੈਗੀ ਹੈ ਬੇਸਿਕਲੀ ਜਿਹੜੇ ਕਿ ਸਟੂਡੈਂਟ ਵੀਜ਼ਾ ਸਟੱਡੀ ਵੀਜ਼ਾ ਤੇ ਸੀਗੇ, ਹਾਂਜੀ, ਆਪਣੀ ਪੜ੍ਹਾਈ ਕਰ ਰਹੇ ਸੀਗੇ, ਇੰਡੀਆ ਚਲੇ ਗਏ ਜੀ ਔਰ ਉਹਨਾਂ ਨੇ ਬਾਕੀ ਪੜ੍ਹਾਈ ਆਪਣੀ ਇੰਡੀਆ ਰਹਿ ਕੇ ਪੂਰੀ ਕੀਤੀ ਹੈ। ਬਿਲਕੁਲ, तो ਟੈਕਨੀਕਲੀ ਆਨਲਾਈਨ ਕਲਾसेस ਲਾਈਕ ਐਗਜ਼ੈਕਟਲੀ ਪੋਸਟ ਸਟੱਡੀ ਵਰਕ ਵੀਜ਼ਾ ਅਪਲਾਈ ਨਹੀਂ ਕਰ ਪਾਏ। ਬਟ ਅਸੀਂ ਹੁਣੇ 2-4 ਕੇਸਿਸ ਕੀਤੇ ਹਨ ਜਿੱਥੇ ਅਸੀਂ ਇਮੀਗ੍ਰੇਸ਼ਨ ਨੂੰ ਐਕਸਪਲੇਨ ਕੀਤਾ ਹੈ ਕਿ ਬਈ ਅਗਰ ਉਹ ਇੰਡੀਆ ਗਏ ਸੀਗੇ ਦੈਟ ਉਹਨਾਂ ਦੀ ਮਜਬੂਰੀ ਸੀਗੀ ਜੀ। ਤੇ ਉਹਨਾਂ ਕੇਸਿਸ ਦੇ ਵਿੱਚ ਐਜ਼ ਐਨ ਐਕਸੈਪਸ਼ਨ ਟੂ ਇਨਸਟਰਕਸ਼ਨਸ ਪੋਸਟ ਸਟੱਡੀ ਵਰਕ ਵੀਜ਼ਾਸ ਅਪਰੂਵ ਵੀ ਹੋਏ ਹਨ ਜੀ। ਤੇ ਅਗਰ ਇਸ ਕਰਕੇ ਅਗਰ ਸਾਡੇ ਕੋਈ ਵੀ ਲਿਸਨਰ ਜਾਂ ਤੁਹਾਡਾ ਕੋਈ ਵੀ ਸਾਥੀ ਜਿਹੜਾ ਕਿ ਇੰਡੀਆ ਸਟਕ ਹੈ ਜਿਹੜਾ ਕਿ ਸਟੱਡੀ ਕਰ ਰਿਹਾ ਸੀਗਾ ਔਰ ਸਟੱਡੀ ਦੌਰਾਨ ਅਗਰ ਉਹ ਇੰਡੀਆ ਚਲੇ ਗਏ ਔਰ ਬਾਕੀ ਪੜ੍ਹਾਈ ਉਹਨਾਂ ਨੇ ਇੰਡੀਆ ਤੋਂ ਪੂਰੀ ਕੰਪਲੀਟ ਕਰ ਲਈ, ਉਹਨਾਂ ਕੋਲ ਸਰਟੀਫਿਕੇਟ ਹੈਗਾ ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ। ਅਸੀਂ ਪੋਸਟ ਸਟੱਡੀ ਵਰਕ ਵੀਜ਼ਾ ਐਜ਼ ਐਨ ਐਕਸੈਪਸ਼ਨ ਟੂ ਇਨਸਟਰਕਸ਼ਨਸ ਲਾਂਚ ਕਰ ਸਕਦੇ ਹਾਂ। ਬਿਲਕੁਲ, ਤੇ ਸਾਡੇ ਆਲਰੇਡੀ ਜਿਹੜੇ ਕਪਲ ਆਫ ਅਪਰੂਵਲਸ ਆਲਰੇਡੀ ਆ ਚੁੱਕੇ ਹਨ ਤੇ ਮੈਨੂੰ ਲੱਗਦਾ ਕਿ ਇਮੀਗ੍ਰੇਸ਼ਨ ਵੀ ਇਸ ਚੀਜ਼ ਨੂੰ ਸਮਝ ਰਹੀ ਹੈ। ਵੀ ਅੰਡਰਸਟੈਂਡ ਕਿ ਇਟ ਵਾਸ ਨਾਟ ਯੋਰ ਮਿਸਟੇਕ, ਸੋ we are happy to grant you the visa। ਅੱਛਾ, ਇੱਕ ਵੀਜ਼ਾ ਹੋਰ ਮੈਂ ਦੇਖ ਰਿਹਾ ਕਿ ਤੁਹਾਡੀ ਸੁੱਖ ਨਾਲ ਵੈਬਸਾਈਟ ਜਿਹਨੇ ਵੀ ਬਣਾਈ ਆ ਉਹਨੇ ਵੀ ਕਮਾਲ ਕੀਤੀ ਪਈ ਆ। ਇਹਨਾਂ ਨੂੰ ਵੀ ਮੁਬਾਰਕਾਂ ਜ਼ਰੂਰ ਦਿਓ, ਬਹੁਤ ਵਧੀਆ ਵੈਬਸਾਈਟ ਬਣਾਈ ਜਿਹਨੇ ਵੀ ਬਣਾਈ ਆ। ਸੋ ਫੈਮਿਲੀ ਸਟਰੀਮ ਟੈਂਪਰੇਰੀ ਵੀਜ਼ਾ, ਇਹਦੇ ਬਾਰੇ ਥੋੜਾ ਜਿਹਾ ਸਾਨੂੰ ਚਾਨਣਾ ਪਾਓ ਕਿ ਇਹ ਕਿਹੜਾ ਵੀਜ਼ਾ ਹੋਇਆ। ਓਕੇ, ਫੈਮਿਲੀ ਸਟਰੀਮ ਭਾਜੀ ਕੈਟਾਗਰੀ ਹੈਗੀ ਹੈ ਜਿਹਦੇ ਵਿੱਚ ਤੁਹਾਡੇ ਪਾਰਟਨਰਸ਼ਿਪ ਵੀਜ਼ਾ, ਡਿਪੈਂਡੈਂਟ ਚਾਈਲਡ ਵੀਜ਼ਾ ਆਉਂਦੇ। ਤਾਂ ਜਿਵੇਂ ਲੈਟਸ ਸੇ ਅਗਰ ਜਿਵੇਂ ਫॉर ਐਗਜ਼ਾਮਪਲ ਕਿਸੇ ਨੇ ਪਾਰਟਨਰਸ਼ਿਪ ਵਰਕ ਵੀਜ਼ਾ ਅਪਲਾਈ ਕਰਨਾ ਹੈ ਜਾਂ ਪਾਰਟਨਰਸ਼ਿਪ ਵਿਜ਼ਟਰ ਵੀਜ਼ਾ ਅਪਲਾਈ ਕਰਨਾ ਹੈ ਔਨ ਦੀ ਬੇਸਿਸ ਆਫ न्यूजीलैंड बेस्ड पार्टनर, चाहे वो टेंपरेरी वीजा पे होण चाहे वो रेजिडेंट वीजा पे होण जी, या फिर जिन्हां ने अपने बच्चों ਨੂੰ ਬੁਲਾਉਣਾ ਡਿਪੈਂਡੈਂਟ ਚਾਈਲਡ ਵਿਜ਼ਟਰ ਵੀਜ਼ਾ ਜਾਂ ਡਿਪੈਂਡੈਂਟ ਚਾਈਲਡ ਸਟੂਡੈਂਟ ਵੀਜ਼ਾ ਜੀ। ਤੇ ਜਿਹੜੀ ਚਾਰ ਵੀਜ਼ੇ ਹੈਗੇ ਆ ਇਹਨਾਂ ਦਾ ਜਿਹੜੀ ਸਬ ਕੈਟਾਗਰੀ ਉਹਨੂੰ ਫੈਮਿਲੀ ਸਟਰੀਮ ਉਹਨੂੰ ਕੈਟਰ ਕਰਦੀ ਹੈ। ਐਗਜ਼ੈਕਟਲੀ, ਵੈਰੀ ਗੁੱਡ। ਅੱਛਾ, ਮੈਂ ਇੱਕ ਹੋਰ ਕੇਸ ਸਟੱਡੀ ਤੁਹਾਨੂੰ ਦਣਾ। ਫॉर ਐਗਜ਼ਾਮਪਲ ਇੱਕ ਬੰਦਾ ਅਨਲੌਫੁਲ ਸਿਟੀਜ਼ਨ ਨਾਟ ਸਿਟੀਜ਼ਨ ਅਨਲੌਫੁਲ ਰੈਜ਼ੀਡੈਂਟ ਹੈ ਕੰਟਰੀ ਦਾ, ਉਹਦਾ ਕੋਲ ਕੋਈ ਵੀਜ਼ਾ ਵੈਲਿਡ ਵੀਜ਼ਾ ਨਹੀਂ ਹੈ, ਇੰਡੀਅਨ ਪਾਸਪੋਰਟ ਹੋਲਡਰ ਆ, ਉਹਦੇ ਕੋਲ ਆਪਣਾ ਪਾਸਪੋਰਟ ਵੀ ਨਹੀਂ ਹੈ ਲੇਕਿਨ ਸਮਾਂ ਪਾ ਕੇ ਇੱਥੇ ਕਿਸੇ ਹੋਰ ਫਿਰਕੇ ਦੀ ਜਿਹੜੀ ਔਰਤ ਹੈ ਉਸ ਦੀ ਪਤਨੀ ਬਣੀ ਤੇ ਉਹਨਾਂ ਦੇ ਬੇਬੀ ਵੀ ਹੋ ਗਿਆ ਤੇ ਉਸ ਤੋਂ ਬਾਅਦ ਅਗਲਾ ਜਿਹੜਾ ਪ੍ਰੋਸੈਸ ਆ ਉਹ ਬੜਾ ਡਿਲੇ ਹੋ ਰਿਹਾ। ਇਹਦੇ ਪਿੱਛੇ ਕਿਹੜੇ ਕਿਹੜੇ ਕਾਰਨ ਹੋ ਸਕਦੇ? ਉਹਦੇ ਵਿੱਚ ਤੁਹਾਡੀ ਜਿਹੜੀ ਫਰਮ ਹੈ ਕਿਵੀਆਨਾ ਇਮੀਗ੍ਰੇਸ਼ਨ ਇਹ ਕਿੱਦਾਂ ਮਦਦ ਕਰ ਸਕਦੀ ਹੈ ਉਸ ਨੂੰ ਵੈਲਿਡ ਵੀਜ਼ੇ ਉੱਤੇ ਲਿਆਉਣ ਦੇ? So basically ਜਿੱਦਾਂ ਤੁਸੀਂ ਸਟਾਰਟਿੰਗ ਚ ਮੈਂਸ਼ਨ ਕੀਤਾ ਸੀ ਕੰਪਲੈਕਸ ਇਮੀਗ੍ਰੇਸ਼ਨ ਮੈਟਰਸ ਜੀ। So this is one of the case, one of the example for the complex immigration matters। Exactly, ਇੱਥੇ ਬੰਦਾ ਆਲਰੇਡੀ ਇਲੀਗਲ ਹੈ ਜੀ ਤੇ ਉਹਨੂੰ ਅੰਡਰ ਸੈਕਸ਼ਨ 61 ਜਿਹੜੀ ਆਪਣੀ ਵੀਜ਼ਾ ਜਿਹੜਾ ਅਪਲਾਈ ਕਰਨਾ ਪਏਗਾ। ਅਗੇਨ ਬਿਕੋਜ਼ ਜਿਹੜੇ ਐਵੇਂ ਦੇ ਮੈਟਰਸ ਹੁੰਦੇ ਆ ਕੰਪਲੈਕਸ ਇਮੀਗ੍ਰੇਸ਼ਨ ਮੈਟਰਸ, ਇਹਨਾਂ ਦਾ ਕੋਈ ਇੱਕ ਸੈਟ ਪੈਰਾਮੀਟਰ ਨਹੀਂ ਹੁੰਦਾ ਤੇ ਡੈਫੀਨਿਟਲੀ ਸਾਨੂੰ ਵੈਲ ਵੀ ਡੂ ਦੀ ਅਸੈਸਮੈਂਟ ਵਿਦ ਦੀ ਕਲਾਇੰਟ ਸਾਨੂੰ ਫੈਕਟਰਸ ਲੱਭਣੇ ਪੈਂਦੇ ਕਿ ਕਿਹੜੇ ਕਿਹੜੇ ਫੈਕਟਰਸ ਹੋ ਸਕਦੇ ਆ ਕਿ ਜਿਹਦੇ ਬੇਸਿਸ ਤੇ ਉਹਨੂੰ ਇੱਥੇ ਵੀਜ਼ਾ ਮਿਲ ਸਕੇ। ਹੁਣ ਜਿਵੇਂ ਜਿਹੜਾ ਤੁਸੀਂ ਮੈਨੂੰ ਕੇਸ ਦਾ ਜ਼ਿਕਰ ਕੀਤਾ ਹੈ ਕਿ ਉਹਦਾ ਆਲਰੇਡੀ ਵਿਆਹ ਵੀ ਹੋ ਗਿਆ ਔਰ ਬੇਬੀ ਵੀ ਹੈ, ਇਦਾਂ ਦੇ 5 ਕੇਸ ਆ ਜੀ ਘੱਟੋ ਘੱਟ ਜਿਹੜੇ ਆਸ-ਪਾਸ ਹੀ ਹੈ ਸਾਡੇ। ਹਾਂਜੀ, ਤਾਂ ਬੇਸਿਕਲੀ ਉਹ ਫਿਜ਼ੀਕਲ ਮਤਲਬ ਕਿ ਕਹਿਣ ਦਾ ਮਤਲਬ ਹੈ ਕਿ ਦੇ ਹੈਵ ਗॉट ਦ ਫਿਜ਼ੀਕਲ ਟਾਈਜ਼। 12 ਸਾਲ 13 ਸਾਲ ਹੋ ਗਏ ਵਿਚਾਰੇ ਨੂੰ ਰਹਿੰਦੇ ਆ ਵੀ ਮੁਲਕ ਦੇ ਵਿੱਚ। ਬਿਲਕੁਲ ਬਿਲਕੁਲ, ਲੇਕਿਨ ਅਨਫੋਰਚੂਨੇਟਲੀ ਦੇ ਆਰ ਨਾਟ ਟੈਕਸ ਪੇਅਰਸ ਬਿਕਾਜ਼ ਆਫ ਦੇ ਆਰ ਨਾਟ ਔਨ ਵੈਲਿਡ ਵੀਜ਼ਾ। ਬਿਲਕੁਲ, so in that case that's the only option ਭਾਜੀ that they have to apply for the section 61 ਦੇ ਅੰਡਰ ਵੀਜ਼ਾ which is a complex immigration matter। ਤੇ ਉਹ ਜਦੋਂ ਆਪਾਂ ਸਲਾਹ ਕਰਾਂਗੇ, ਕੰਸਲਟੇਸ਼ਨ ਕਰਾਂਗੇ, ਅਸੈਸਮੈਂਟ ਕਰਾਂਗੇ, then we'll be able to figure out the factors ਕੀ ਹੋ ਸਕਦੇ ਹੈ ਬਿਲਕੁਲ so that we can represent the case in a best way forward। ਅੱਛਾ, ਹੁਣ ਰੀਸੈਂਟਲੀ ਜਿਹੜਾ ਸੰਡਾ ਆਰਡਰਨ ਹੋਣਾ ਨੇ ਲੈਵਲ 5 6 ਤੇ 7 ਦੀ ਪੜ੍ਹਾਈ ਦੇ ਵਿੱਚ ਜਿਹੜਾ ਹੁਣ ਅੱਗੋਂ ਫਿਊਚਰ ਆ ਉਹਨੂੰ ਉਹਨਾਂ ਬ੍ਰਾਈਟ ਰਹਿਣ ਨਹੀਂ ਦਿੱਤਾ ਸਾਡੇ ਜਿਹੜੇ ਸਟੱਡੀ ਵੀਜ਼ੇ ਤੇ ਆਉਣ ਵਾਲੇ ਭੈਣਾਂ ਭਰਾ ਆ। ਤੁਹਾਡੀ ਇਹਦੇ ਤੇ ਕੀ ਟਿੱਪਣੀ ਆ? ਬਹੁਤ ਕਿਉਂਕਿ ਪਹਿਲਾਂ ਨਾਲੋਂ ਜੇ ਅਸੀਂ ਦੇਖਦੇ ਹਾਂ ਤੇ ਜਦੋਂ ਇੰਡੀਆ ਦੇ ਵਿੱਚ ਕੋਈ ਵੀ ਏਜੰਟ ਕਿਸੇ ਸਟੂਡੈਂਟ ਵੀਜ਼ੇ ਵਾਲੇ ਨੂੰ ਰਾਹ ਦਿਖਾਉਂਦਾ ਸੀ ਵਿਦੇਸ਼ ਦਾ ਤੇ ਉਹ ਉਹਦੇ ਵਿੱਚ ਨਿਊਜ਼ੀਲੈਂਡ ਦਾ ਜ਼ਿਕਰ ਕਰਦਾ ਸੀ। ਹੁਣ ਮੈਂ ਦੇਖਿਆ ਉਹ ਜ਼ਿਕਰ ਕਰਦਾ ਜ਼ਰੂਰ ਆ ਲੇਕਿਨ ਬਹੁਤ ਪਿੱਛੇ ਜਾ ਕੇ ਕਰਦਾ। ਪਹਿਲਾਂ ਉਹ ਕੈਨੇਡਾ ਦੀ ਗੱਲ ਕਰਦੇ ਆ, ਫਿਰ ਉਹ ਆਸਟ੍ਰੇਲੀਆ ਦੀ ਗੱਲ ਕਰਦੇ ਆ, ਫਿਰ ਥੋੜੀ ਬਹੁਤ ਇੰਗਲੈਂਡ ਦੀ ਵੀ ਚੱਲਦੀ ਆ ਲੇਕਿਨ ਨਿਊਜ਼ੀਲੈਂਡ ਦਾ ਕਈ ਵਾਰੀ ਨਾਂ ਹੀ ਨਹੀਂ ਲੈਂਦੇ। ਬਿਲਕੁਲ, ਇਸ ਚੀਜ਼ ਤੇ ਮੈਂ ਖਾਸ ਜ਼ਿਕਰ ਕਰਨਾ ਚਾਹੂੰਗਾ ਬਿਕੋਜ਼ ਸਾਡੇ 2 ਆਫਿਸਿਸ ਇੰਡੀਆ ਵੀ ਹੈਗੇ ਆ। ਇੱਕ ਨਿਊ ਦਿੱਲੀ ਜਿਹੜਾ ਸਾਡਾ ਇੰਡੀਆ ਦਾ ਹੈਡ ਆਫਿਸ ਹੈ, ਤੁਸੀਂ ਜ਼ਿਕਰ ਕੀਤਾ ਹਾਂਜੀ, ਇੱਕ ਸਾਡਾ ਲੁਧਿਆਣਾ ਆਫਿਸ ਹੈਗਾ। ਅੱਛਾ, ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਸਰੋਤੇ ਹੈ ਜਿਨ੍ਹਾਂ ਨੇ ਆਪਣੇ ਭੈਣਾਂ ਭਰਾਵਾਂ ਨੂੰ ਇੱਥੇ ਸਟੱਡੀ ਵੀਜ਼ਾ ਤੇ ਬੁਲਾਉਣਾ ਹੈ ਤੇ ਉਹਨਾਂ ਲਈ ਡੈਫੀਨਿਟਲੀ ਖਾਸ ਇਨਫੋਰਮੇਸ਼ਨ ਹੈਗੀ ਹੈ। ਸੋ ਤੁਸੀਂ ਸਹੀ ਕਹਿ ਰਹੇ ਹੋ ਪਰਮਿੰਦਰ ਭਾਜੀ ਕਿ ਜਿਹੜੇ ਸਾਡੇ ਆਪਣੇ ਜਿਹੜਾ ਸਟੱਡੀ ਵੀਜ਼ਾ ਹੈ ਨਿਊਜ਼ੀਲੈਂਡ ਦਾ ਉਹ ਲਾਸਟ ਆਪਸ਼ਨ ਰਹਿ ਗਈ ਹੈ
ਬਿਲਕੁਲ ਅਗਰ ਆਪਾਂ ਇੱਕ ਜਨਰਲ ਇਨਕੁਆਇਰੀ ਦੀ ਗੱਲ ਕਰੀਏ, ਅਗਰ ਸਾਨੂੰ ਕੋਈ ਅਗਰ ਐਜ਼ ਅ ਜਨਰਲ ਪੁੱਛਣ ਆ ਰਿਹਾ ਕਿ ਅਸੀਂ ਕਿਹੜੀ ਕੰਟਰੀ ਜਾਈਏ, ਤੇ ਹਾਂਜੀ ਨਿਊਜ਼ੀਲੈਂਡ ਉਹਨਾਂ ਦੇ ਟਿਪਸ ਤੇ ਨਹੀਂ ਹੈਗਾ। ਅੱਛਾ ਨਿਊਜ਼ੀਲੈਂਡ ਇਜ਼ ਬਿਲਕੁਲ ਦ ਲਾਸਟ ਆਪਸ਼ਨ ਫॉर ਸੋ देम। ਤੁਸੀਂ ਵੀ ਇਹ ਚੀਜ਼ ਮਹਿਸੂਸ ਕੀਤੀ ਬਿਲਕੁਲ ਬਿਲਕੁਲ Yeah. 100%। ਜੀ ਬਟ ਜਿਹੜੇ ਲੋਕੀ ਕੀ ਕਹਿੰਦੇ ਜਿਨ੍ਹਾਂ ਦੇ ਇੱਥੇ ਭੈਣ ਭਰਾ ਹੈਗੇ ਆ, ਰਿਸ਼ਤੇਦਾਰ ਹੈਗੇ ਆ, ਉਹ ਚਾਹੁੰਦੇ ਆ ਕਿ ਉਹ ਸਾਡੇ ਕੋਲ ਹੀ ਆਣ। ਕਿ ਚਲੋ ਯਾਰ ਪਰਿਵਾਰ ਇੱਕ ਥਾਂ ਹੋ ਜਾਏ, Exactly. ਸਪੋਰਟ ਹੋ ਜਾਂਦੀ ਨਾ। ਐਗਜ਼ੈਕਟਲੀ, ਖਾਸ ਜੀ। ਕਰਕੇ ਜਿਹੜਾ 2021 ਰੈਜ਼ੀਡੈਂਟ ਵੀਜ਼ਾ ਰਿਹਾ ਸਰ, ਉਹਦੇ ਵਿੱਚ 1,65,000 ਬੰਦਾ ਅਗਰ ਪੱਕਾ ਹੋਇਆ ਹਮ, ਤੇ ਡੈਫੀਨਿਟਲੀ ਉਹ ਚਾਹਣਗੇ ਕਿ ਵੀ ਅਸੀਂ ਅਗਰ ਇੱਥੇ ਪੱਕੇ ਹੋ ਗਏ ਤਾਂ ਸਾਡੇ ਜਿਹੜੇ ਆਪਣਾ ਭੈਣ ਭਰਾ ਹੈਗੇ ਆ, ਉਹ ਜੀ। ਵੀ ਐਸੀ ਕੰਟਰੀ ਜਾ ਕੇ ਪੱਕੇ ਰਹਿਣ। ਬਿਲਕੁਲ ਬਟ ਸਹੀ ਇਹਦੇ ਚ ਮੈਂ ਅਗਰ ਸੈਟਲਮੈਂਟ ਪੁਆਇੰਟ ਆਫ View ਤੋਂ ਅਗਰ ਮੈਂ ਗੱਲ ਕਰਾਂ ਪਰਮਿੰਦਰ ਭਾਜੀ, ਦੈਟ ਜੀ। ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਰਾਈਟ ਕੋਰਸ ਨੂੰ ਚੂਜ਼ ਕਰਨਾ। ਬਿਲਕੁਲ ਸਹੀ ਜਿਹੜੇ ਹੁਣ ਕਈ ਵਾਰੀ ਆਪਾਂ ਕਾਹਲੀ ਕਰ ਜਾਂਦੇ ਹਾਂ। ਐਗਜ਼ੈਕਟਲੀ, ਹੁਣ ਜਿੱਥੇ ਹੁਣ ਜਿਹੜੇ ਉਹਨਾਂ ਨੇ ਹੁਣ ਰੈਜ਼ੀਡੈਂਸ ਪਾਥਵੇਜ਼ ਓਪਨ ਕੀਤੇ ਹੈ, ਅਗਰ ਜੀ। ਆਪਾਂ ਸਟ੍ਰੇਟ ਟੂ ਰੈਜ਼ੀਡੈਂਸ ਦੀ ਗੱਲ ਕਰੀਏ ਜਾਂ ਵਰਕ ਟੂ ਰੈਜ਼ੀਡੈਂਸ ਦੀ ਗੱਲ ਕਰੀਏ, ਜਾਂ ਫਿਰ ਜੀ। ਆਪਾਂ ਜਿਹੜੇ ਹੈਲਥ ਕੇਅਰ ਦੇ ਇਹਨਾਂ ਨੇ ਰੀਸੈਂਟਲੀ ਅਨਾਉਂਸਮੈਂਟਸ ਕੀਤੀਆਂ, ਜੀ ਤੇ ਅਗਰ ਤੇ ਤੁਸੀਂ ਕੋਈ ਐਵੇਂ ਦੇ ਕੋਰਸ ਵੀ ਕਰਨ ਆ ਰਹੇ ਹੋ ਜਿਹੜਾ ਕਿ ਟੈਕਨੀਕਲ ਇਨ ਨੇਚਰ ਹੈ, ਬਿਲਕੁਲ ਸਹੀ ਸਾਇੰਸ ਰਿਲੇਟਡ ਹੈ, ਹੈਲਥ ਕੇਅਰ ਬਿਲਕੁਲ। ਰਿਲੇਟਡ ਹੈ, ਜੀ। ਇੰਜੀਨੀਅਰਿੰਗ ਰਿਲੇਟਡ ਹੈ, ਹਾਂ ਤੇ ਮੈਨੂੰ ਲੱਗਦਾ ਹੈ ਕਿ ਨਿਊਜ਼ੀਲੈਂਡ 'ਚ ਭਵਿੱਖ ਸੋਹਣਾ ਹੈ। ਬਿਲਕੁਲ ਸਹੀ ਠੀਕ ਹੈ, ਅਗਰ ਤੁਸੀਂ ਆਣਾ ਚਾਹੁੰਦੇ ਹੋ ਕੁਕਰੀ ਤੇ, ਬਿਜ਼ਨਸ ਤੇ, ਹਾਰਟੀਕਲਚਰ ਤੇ, ਦੈਨ ਇਟਸ ਨਾਟ ਰੀਲੀ ਬ੍ਰਾਈਟ ਇਨ ਨੇਚਰ। and they keep changing the Exactly. professional Unless list, and until ਤੁਸੀਂ ਜੀ। ਆਲਰੇਡੀ ਬੈਚਲਰ ਡਿਗਰੀ ਹੋਲਡਰ ਹੈਗੇ ਹੋ, ਤੁਹਾਡੇ ਜੀ ਕੋਲ ਵਾਵਾ 5-6 ਸਾਲ ਦਾ ਐਕਸਪੀਰੀਅੰਸ ਹੈਗਾ, ਜੀ ਤੁਸੀਂ ਇੱਥੇ ਮਾਸਟਰਸ ਕਰਨ ਲਈ ਆਣੇ ਹੋ, ਤਾਂ ਕਿ ਤੁਹਾਨੂੰ ਅਗਰ ਤੁਸੀਂ ਇੱਕ ਵਧੀਆ ਯੂਨੀਵਰਸਿਟੀ ਤੋਂ ਆਪਣੀ ਮਾਸਟਰਸ ਕਰਦੇ ਹੋ ਹਾਂ ਤੇ ਤਾਂ ਜਾ ਕੇ ਤੁਹਾਨੂੰ ਇੱਕ ਵਧੀਆ BDM ਦੀ ਪੋਜੀਸ਼ਨ, ਆਪਰੇਸ਼ਨ ਮੈਨੇਜਰ ਦੀ ਪੋਜੀਸ਼ਨ ਮਿਲ ਸਕੇ। ਬਿਲਕੁਲ ਯੂ نو ਦੈਟਸ ਆਲ ਗੁੱਡ ਟੂ ਗੋ। ਤੇ ਸਾਡੇ ਕੋਲ ਜਿਹੜੀਆਂ ਐਵੇਂ ਦੀ ਇਨਕੁਆਇਰੀਜ਼ ਹੈਗੀਆਂ ਉਹ ਜ਼ਿਆਦਾ ਹੈਗੀਆਂ। ਹਾਂ ਜਾਂ ਫਿਰ ਅਗਰ ਤੁਸੀਂ ਨਰਸਿੰਗ ਕਰਨ ਲਈ ਆਓ, ਤੁਸੀਂ ਟੀਚਿੰਗ ਕਰਨ ਲਈ ਆਓ, ਤੁਸੀਂ ਹੈਲਥ ਜੀ। ਕੇਅਰ ਕਰਨ ਲਈ ਆਓ, ਤੁਸੀਂ ਕੰਸਟਰਕਸ਼ਨ ਪੜ੍ਹਨ ਆਓ, ਤੁਸੀਂ ਸਿਵਲ ਪੜ੍ਹਨ ਆਓ, ਇਲੈਕਟ੍ਰੀਕਲ ਪੜ੍ਹਨ ਆਓ, ਜੀ definitely it's a good future as long ਬਿਲਕੁਲ। as you are coming into a bachelor degree program। ਬਿਲਕੁਲ ਸਹੀ। ਅੱਛਾ ਮੈਨੂੰ ਇਹ ਵੀ ਗੱਲ ਦੱਸੋ ਵੀ ਬਹੁਤ ਸਾਰੇ ਕੇਸਿਸ ਆਸ-ਪਾਸ ਆਪਣੀ ਕਮਿਊਨਿਟੀ ਦੇ ਵਿੱਚ ਇਸ ਤਰ੍ਹਾਂ ਦੇ ਵੀ ਆ ਰਹੇ ਆ ਜਿੱਥੇ ਮਿਨਿਸਟਰ ਦੇ ਕੋਲ ਅਪੀਲ ਲਾਉਣੀ ਪੈਂਦੀ ਆ, ਹਾਂਜੀ ਔਰ ਅਗੇਨ ਜਿਹੜੀ ਕੰਪਲਿਕੇਸ਼ਨਸ ਬਣ ਜਾਂਦੀਆਂ ਵੀ ਨਹੀਂ ਜੀ ਪਹਿਲਾਂ ਆਹ ਪ੍ਰੋਸੈਸ ਫੋਲੋ ਕਰੋ, ਫਿਰ ਉਹ ਕਰੋ, ਫਿਰ ਇਦਾਂ ਕਰੋ, ਫਿਰ ਆਖਰ ਦੇ ਵਿੱਚ ਮਿਨਿਸਟਰ ਦੇ ਕੋਲ ਜਾਣਾ ਆ। ਤੁਹਾਡਾ ਹੁਣ ਤੱਕ ਦਾ ਤਜਰਬਾ ਕਿਹੋ ਜਿਹਾ ਰਿਹਾ, ਤੇ ਕੀ ਜੇ ਮਿਨਿਸਟਰੀਅਲ ਅਪੀਲ ਪਾਉਣੀ ਆ ਜਾਂ ਰਿਵਿਊ ਦੇ ਵਿੱਚ ਕੋਈ ਐਪਲੀਕੇਸ਼ਨ ਜਾਣੀ ਆ, ਉਹਦੇ ਲਈ ਤੁਸੀਂ ਖਿੜੇ ਮੱਥੇ ਪ੍ਰਵਾਨ ਕਰਦੇ ਹੋ? ਅਗੇਨ ਭਾਜੀ ਡਿਪੈਂਡ ਕਰਦਾ ਕੇਸ ਟੂ ਕੇਸ। ਹਮ, ਠੀਕ ਹੈ, ਅਗੇਨ ਇਟਸ ਵਨ ਆਫ ਦੀ ਐਗਜ਼ਾਮਪਲ ਆਫ ਦ ਕੰਪਲੈਕਸ ਇਮੀਗ੍ਰੇਸ਼ਨ ਮੈਟਰ। Yes. ਮੈਂ ਇੱਕ ਕੇਸ ਦਾ ਜ਼ਿਕਰ ਕਰਨਾ ਚਾਹੂੰਗਾ, ਥੋੜੀ ਬਿਲਕੁਲ। ਬਹੁਤ ਤੁਹਾਨੂੰ ਮੈਂ ਇਨਫੋਰਮੇਸ਼ਨ ਦੇਣਾ, ਜਿੱਥੇ ਕਿ ਉਸ ਐਪਲੀਕੈਂਟ ਦਾ ਵੀਜ਼ਾ ਡਿਕਲਾਈਨ ਹੋਇਆ 2019 ਦੇ ਵਿੱਚ, ਅੱਛਾ ਜੀ ਕੋਵਿਡ ਤੋਂ ਪਹਿਲਾਂ। ਓਕੇ ਤੇ ਜਦੋਂ ਵੀਜ਼ਾ ਡਿਕਲਾਈਨ ਹੁੰਦਾ ਭਾਜੀ, ਤੇ ਇੱਕ ਇੰਟੈਰਿਮ ਵੀਜ਼ਾ ਤੁਹਾਨੂੰ ਮਿਲਦਾ। ਯੈਸ ਇੰਟੈਰਿਮ ਵੀਜ਼ਾ ਹੁੰਦਾ ਹੈ ਕਿ ਤੁਸੀਂ ਇੱਕਦਮ ਤੋਂ ਇਲੀਗਲ ਨਹੀਂ ਟੂ ਬ੍ਰਿਜ ਦ ਗੈਪ ਐਗਜ਼ੈਕਟਲੀ। Yeah. ਹੋਇਆ ਕਿ ਇਮੀਗ੍ਰੇਸ਼ਨ ਦੀ ਸਾਈਡ ਤੋਂ ਗਲਤੀ ਸੀਗੀ, ਜੀ ਜਿਹੜੀ ਇੰਟੈਰਿਮ ਵੀਜ਼ਾ ਦੀ ਡੇਟ ਸੀਗੀ ਓਕੇ ਉਹ ਉਹਨਾਂ ਨੇ 6 ਮਹੀਨੇ ਦੀ ਪਾਤੀ। ਅੱਛਾ ਤੇ ਜਿਹੜਾ ਐਪਲੀਕੈਂਟ ਸੀਗਾ ਉਹਨੂੰ ਸ਼ੀ ਵਾਸ ਨਾਟ ਅਵੇਅਰ ਕਿ Okay. ਬਈ ਮਤਲਬ ਕਿ ਸ਼ੀ ਰੀਅਲੀ ਵੈਂਟ ਬਾਈ ਦੈਟ ਲੈਟਰ, ਯੂ نو ਕਿ ਅਗਰ ਉਸ ਤੇ ਡੇਟ ਲਿਖੀ ਹੈ ਤੇ ਅੱਜ ਤੱਕ ਮੇਰਾ ਵੀਜ਼ਾ ਵੈਲਿਡ ਹੈਗਾ। ਠੀਕ ਹੈ ਤੇ ਉਹਦਾ ਐਸ ਪਰ ਦੇ ਲੈਟਰ ਉਹਦਾ ਇੰਟੈਰਿਮ ਵੀਜ਼ਾ 6 ਮਹੀਨੇ ਦਾ ਪਾਤਾ ਉਹਨਾਂ ਨੇ, ਜੋ ਕਿ ਬਰਾਬਰ। 16 ਅਪ੍ਰੈਲ ਨੂੰ ਐਕਸਪਾਇਰ ਹੋ ਰਿਹਾ ਸੀ। ਜਸਟ ਅ ਹਿਊਮਨ ਐਰਰ ਐਨੀਵੇ ਇਟਸ ਅ ਹਿਊਮਨ ਐਰਰ। Yeah. ਠੀਕ ਹੈ, ਬਟ ਅਗੇਨ ਸ਼ੀ ਵਾਸ ਨਾਟ ਅਵੇਅਰ। ਠੀਕ ਹੈ, ਉਹਨੂੰ ਲੱਗਿਆ ਕਿ ਓਕੇ ਅਗਰ ਇਮੀਗ੍ਰੇਸ਼ਨ ਲਿਖ ਕੇ ਦੇ ਰਹੀ ਹੈ ਇਟ ਜੀ। ਮੀਨਸ ਕਿ ਮੇਰਾ ਵੀਜ਼ਾ ਜਿਹੜਾ ਪਰ ਇੰਟੈਰਿਮ ਵੀਜ਼ਾ ਇਹ ਹੈ। ਮਹਿਕਮੇ ਜਿਹੜੇ ਟਰਸਟਵਰਦੀ ਆ, ਇਹਦੇ ਵਿੱਚ ਆਪਾਂ ਗਲਤੀ ਦਾ ਮਾਰਜਨ ਰੱਖਦੇ ਨਹੀਂ। ਬਿਲਕੁਲ, ਜੀ। ਦੈਟਸ ਦ ਥਿੰਗ। ਤੇ ਜੀ ਦੂਸਰੀ ਗਲਤੀ ਉਹਦੇ ਕੋਲ ਇਹ ਹੋਈ ਕਿ ਜਿਹੜਾ ਉਹਨਾਂ ਦਾ ਇਮੀਗ੍ਰੇਸ਼ਨ ਜੋ ਵੀ ਲਾਇਰ ਜਾਂ ਐਡਵਾਈਜ਼ਰ ਸੀਗਾ, ਹਾਂਜੀ ਮੇਬੀ ਸ਼ਾਇਦ ਉਹਨਾਂ ਨੇ ਵੀ ਧਿਆਨ ਨਹੀਂ ਦਿੱਤਾ, ਤੇ ਯੂ نو ਜਿੱਥੇ ਵੀ ਉਹਨੂੰ ਕਨਫਿਊਜ਼ਨ ਹੋਈ, ਕੁਝ ਵੀ ਹੋਇਆ। ਹਾਂਜੀ ਤੇ ਹੁਣ ਹੋਇਆ ਕਿ 2020 ਜਦੋਂ ਕੋਵਿਡ ਹਿੱਟ ਹੋਇਆ, ਜੀ ਉਸ ਟਾਈਮ ਤੇ ਸਾਰੇ ਦੇ ਵੀਜ਼ੇ 25 ਸਤੰਬਰ ਤੱਕ ਐਕਸਟੈਂਡ ਹੋ ਗਏ ਸੀਗੇ, ਓਕੇ ਇਨਕਲੂਡਿੰਗ ਦ ਇੰਟੈਰਿਮ ਵੀਜ਼ਾ ਵਾਲੇ ਵੀ। ਓਕੇ ਤੇ ਸ਼ੀ ਥੌਟ ਕਿ ਜਿਹੜਾ ਉਹਦਾ 16 ਅਪ੍ਰੈਲ ਨੂੰ ਇੰਟੈਰਿਮ ਵੀਜ਼ਾ ਐਕਸਪਾਇਰ ਹੋ ਰਿਹਾ ਹੈ, ਜੀ ਉਹ 25 ਸਤੰਬਰ 2020 ਤੱਕ ਐਕਸਟੈਂਡ ਹੋ ਗਿਆ, ਐਂਡ ਸ਼ੀ ਜਸਟ ਵੈਂਟ ਬਾਈ ਦੈਟ। ਹਾਂ ਠੀਕ ਹੈ, ਉਸ ਟਾਈਮ ਤੇ ਇਮੀਗ੍ਰੇਸ਼ਨ ਪ੍ਰੈਸ਼ਰ ਬਹੁਤ ਸੀਗਾ, ਜੀ she tried to seek the clarity, ਉਹਨੂੰ clarity ਨਹੀਂ ਮਿਲੀ, ਬਟ ਜੁਲਾਈ ਚ ਜਾ ਕੇ ਉਹਨੂੰ ਪਤਾ ਲੱਗਿਆ ਕਿ ਉਹ ਇਲੀਗਲ ਹੈ ਪਿਛਲੇ 8 ਮਹੀਨਿਆਂ ਤੋਂ ਟੈਕਨੀਕਲੀ। ਤੇ ਉਹਦਾ ਵਿਚਾਰੀ ਦਾ ਫਾਲਟ ਵੀ ਕੋਈ ਐਗਜ਼ੈਕਟਲੀ। ਹਮ। ਆਪਾਂ ਸੈਕਸ਼ਨ 61 ਦੀ ਰਿਕੁਐਸਟ ਪਾਈ, ਜਿੱਥੇ ਅਸੀਂ ਬਿਲਕੁਲ। ਇਮੀਗ੍ਰੇਸ਼ਨ ਨੂੰ ਇਹ ਕਨਵੇ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਹਾਡੀ ਸਾਈਡ ਤੋਂ ਕਲੈਰੀਕਲ ਐਰਰ ਹੋਇਆ, ਯੈਸ ਐਪਲੀਕੈਂਟ ਦੀ ਗਲਤੀ ਨਹੀਂ ਹੈ, ਯੈਪ ਤੇ ਤੁਸੀਂ ਟੈਕਨੀਕਲੀ ਉਹਨੂੰ ਇੱਕ ਫੇਅਰ ਚਾਂਸ ਦਿਓ ਤਾਂ ਕਿ ਉਹ ਬਿਲਕੁਲ। ਆਪਣਾ ਰੈਗੂਲਰਾਈਜ਼ ਸਟੇਟਸ ਰੈਗੂਲਰਾਈਜ਼ ਕਰ ਸਕੇ। ਪਲੱਸ ਖਾਸ ਕਰਕੇ ਇੰਡੀਆ ਜਿਹੜਾ ਕੋਵਿਡ ਉਹ ਪੀਕ ਤੇ ਹੈ, ਤੇ ਅਗਰ ਉਹ ਇੰਡੀਆ ਜਾਉਂਦੇ ਇਹਦੇ 'ਚ ਕੋਈ ਜ਼ਿਆਦਾ ਉਹ ਕਰ ਵੀ ਨਹੀਂ ਸਕਦਾ। ਐਗਜ਼ੈਕਟਲੀ ਨਾਟ ਇਨ ਆਵਰ ਕੰਟਰੋਲ। ਬਿਲਕੁਲ ਜੀ, ਉਹਨਾਂ ਨੇ ਸੈਕਸ਼ਨ 61 ਡਿਕਲਾਈਨ ਕਰਤਾ। ਅੱਛਾ ਉਸ ਤੋਂ ਬਾਅਦ ਅਸੀਂ ਮਿਨਿਸਟਰੀਅਲ ਅਪੀਲ ਪਾਈ, ਜਿਹਦੇ ਵਿੱਚ ਅਸੀਂ ਅਗੇਨ ਇਸ ਚੀਜ਼ ਨੂੰ ਫੋਕਸ ਕੀਤਾ ਕਿ ਬਈ ਐਦਾਂ ਦਾ ਹੋਇਆ ਜਿੱਥੇ ਇਮੀਗ੍ਰੇਸ਼ਨ ਦੀ ਸਾਈਡ ਤੋਂ ਕਲੈਰੀਕਲ ਐਰਰ ਸੀਗਾ, ਬਿਲਕੁਲ ਸ਼ੀ ਮਿਸਅੰਡਰਸਟੂਡ, ਪਲੱਸ ਕੋਵਿਡ ਆ ਗਿਆ, ਯੈਪ ਐਂਡ ਲੱਕੀਲੀ ਹਰ ਮਿਨਿਸਟਰੀਅਲ ਅਪੀਲ ਗਾਟ ਅਪਰੂਵਡ ਐਂਡ ਸ਼ੀ ਵਾਸ ਗ੍ਰਾਂਟਡ ਵਿਦ ਅ ਵੀਜ਼ਾ। ਤੁਹਾਨੂੰ ਵੀ ਲੱਡੂਆਂ ਦਾ ਡੱਬਾ ਆਇਆ? ਬਿਲਕੁਲ। ਤਾਂ ਕਹਿਣ ਦਾ ਮਤਲਬ ਹੈ ਕਿ ਜਦੋਂ ਐਵੇਂ ਦੇ ਜੈਨੂਇਨ ਕੇਸਿਸ ਜੀ, ਹੋਣ ਜਿੱਥੇ ਜੀ। ਤੁਸੀਂ ਕਨਵਿੰਸ ਕਰ ਸਕਦੇ ਹੋ, ਬਿਲਕੁਲ you know, ਸਹੀ। with all the relevant ਬਿਲਕੁਲ factors ਸਹੀ। involved। And it's all about your wisdom of your knowledge at the end of the day, ਜੋ ਤੁਸੀਂ
ਤਜਰਬਾ ਜਾਂ ਰੋਜ਼ਮर्रा ਦੀ ਜ਼ਿੰਦਗੀ 'ਚ ਹੋਮਵਰਕ ਕਰਦੇ ਹੋ ਕੇਸ ਟੂ ਕੇਸ, ਉਹ ਚੀਜ਼ਾਂ ਵੀ ਕੰਮ ਆਉਂਦੀਆਂ ਐਟ ਦਾ ਐਂਡ ਆਫ ਦ ਡੇ। ਜਿਹੜੀ ਪਹਿਲਾਂ ਮੈਂ ਜ਼ਿਕਰ ਕਰ ਰਿਹਾ ਸੀ ਕਿ ਜਿਹੜੇ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨੇ, ਉਹਨਾਂ ਦੀ ਸਹੀ ਦੇਖ ਰੇਖ ਦੇ ਹੇਠਾਂ ਜੇਕਰ ਕੇਸ ਲੱਗਦਾ ਤੇ ਬਹੁਤ ਸਾਰੇ ਕੈਟਾਗਰੀ ਚਾਹੇ ਜਿਹੜੀ ਮਰਜ਼ੀ ਹੋਵੇ, ਲੇਕਿਨ ਤੁਹਾਡੀ ਸਫਲਤਾ ਜਿਹੜੀ ਆ ਉਹਦੇ ਪੈਰਾਮੀਟਰ ਜਿਹੜੇ ਕਾਫੀ ਹੱਦ ਤੱਕ ਜਿਹੜੇ ਆ ਉਹ ਸਕਸੈਸਫੁਲ। ਇਮੀਗ੍ਰੇਸ਼ਨ ਇੱਕ ਆਪਣੇ ਵਿੱਚ ਬਹੁਤ ਬੜਾ ਸਮੁੰਦਰ ਹੈਗਾ। ਹਰ ਕੋਈ ਐਡਵਾਈਜ਼ਰ ਜਿਹੜਾ ਹੈ ਉਹ ਹਰ ਚੀਜ਼ ਦੀ ਨੌਲੇਜ ਨਹੀਂ ਰੱਖਦਾ, ਠੀਕ ਹੈ। ਤੇ ਇੱਕ ਮੈਨੂੰ ਤਾਂ ਲੱਗਦਾ ਕਿ ਜਿਹੜੀ ਕੈਟਾਗਰੀ ਤੁਸੀਂ ਡੀਲ ਕਰਦੇ ਹੋ, ਅਗਰ ਤੁਸੀਂ ਉਹਦੇ ਪੱਖ ਹੈਗੇ ਹੋ, ਇਟ ਮੀਨਸ ਤੁਸੀਂ ਯੂ ਕੈਨ ਡਿਲੀਵਰ ਅ ਗੁੱਡ ਜੌਬ। ਬਿਲਕੁਲ, ਸੋ ਦੈਟ ਇਜ਼ ਵਾਟ ਆਈ ਬਿਲੀਵ ਇਨ ਐਂਡ ਦੈਟ ਇਜ਼ ਦ ਰੀਜ਼ਨ ਕਿ ਜਿਹੜੇ ਤੁਸੀਂ ਗੱਲ ਕਿਹਾ ਕਿ ਨੌਜਵਾਨ ਜੁੜੇ ਹੋਏ ਹੈ, ਠੀਕ ਹੈ, ਦੈਟ ਇਜ਼ ਵਨ ਆਫ ਦ ਫੈਕਟਰ ਕਿ ਆਪਾਂ ਸਾਰਾ ਜਿਹੜਾ ਫੋਕਸ ਹੈ ਉਹਦੇ ਉੱਪਰ ਰੱਖਿਆ ਹੋਇਆ ਜਿਹਦੇ ਵਿੱਚ ਆਪਾਂ ਐਕਸਪਰਟੀਜ਼ ਹੈਗੀ। ਇਹ ਨਹੀਂ ਕਿ ਵੀ ਸਾਰੇ ਪਾਸੇ ਹੱਥ ਮਾਰਨੇ। ਐਗਜ਼ੈਕਟਲੀ। ਤੇ ਅਗਰ ਸਾਡੇ ਕੋਲ ਕੋਈ ਮਿਨਿਸਟਰੀਅਲ ਅਪੀਲ ਜਾਂ ਸੈਕਸ਼ਨ 61 ਦੇ ਵੀ ਕੇਸਿਸ ਆਉਂਦੇ, ਆਪਾਂ ਉਹੀ ਕੇਸਿਸ ਲੈਣੇ ਆ ਜਿੱਥੇ ਸਾਨੂੰ ਲੱਗਦਾ ਕਿ देयर आर सम जेन्युइन फैक्टर्स इन्वॉल्वड ਕਿ ਕੇਸ ਹੋ ਸਕਦਾ। ਅਗਲੇ ਨੂੰ ਨੇਰੇ 'ਚ ਨਹੀਂ ਰੱਖਣਾ। ਐਗਜ਼ੈਕਟਲੀ। ਉਹਦਾ ਵੀ ਦੇਖੋ ਅਗਲੇ ਦੇ ਪੈਸੇ ਲੱਗਣੇ ਆ। ਬਿਲਕੁਲ ਸਹੀ। ਉਹਦੀਆਂ ਉਮੀਦਾਂ ਨੂੰ ਵੀ ਖਰਾਬ ਨਹੀਂ ਕਰਨਾ, ਸਾਰਾ ਕੁਝ ਇਨਵੋਲਵਡ ਹੈ। ਬਿਲਕੁਲ ਸਹੀ। ਸੋ ਦੈਟ ਇਜ਼ what it is basically। ਵੈਰੀ ਵੈਲ ਸੈਡ। ਪਵਨ ਜੀ, ਮੈਂ ਇਹ ਵੀ ਚੀਜ਼ ਮਹਿਸੂਸ ਕਰਦਾ, ਮੇਰੀ ਬਹੁਤ ਵਾਰ ਆਪਣੇ ਬਹੁਤ ਮਿੱਤਰ ਪਿਆਰਿਆਂ ਨਾਲ ਇਹ ਜ਼ਿਕਰ ਚੱਲਦਾ ਹੁੰਦਾ, ਦੇਖੋ ਇੱਕ ਪੋਲੀਟੀਕਲ ਲੌਬੀ ਹੁੰਦੀ ਆ, ਇੱਕ ਨਾਨ ਪੋਲੀਟੀਕਲ ਲੌਬਿੰਗ ਹੁੰਦੀ ਆ। ਵੱਖ-ਵੱਖ ਖੇਤਰਾਂ ਦੇ ਵਿੱਚ ਜਿਹੜੀ ਲੋਕ ਕੰਮ ਕਰ ਰਹੇ ਆ, 25 ਤੋਂ 30 ਚਿਹਰੇ ਆ, ਜੇ ਮੈਂ ਝੂਠ ਨਹੀਂ ਬੋਲਦਾ, ਆਪਣੀ ਕਮਿਊਨਿਟੀ ਦੇ ਵਿੱਚ ਨਜ਼ਰ ਮਾਰਦੇ ਆ। ਇਮੀਗ੍ਰੇਸ਼ਨ ਪਾਲਿਸੀਜ਼ ਨੂੰ ਬਹੁਤ ਜ਼ਿਆਦਾ ਓਵਰਆਲ ਕਰਨ ਦੀ ਜ਼ਰੂਰਤ ਆ। ਕਿਤੇ ਇਦਾਂ ਮੌਕਾ ਮਿਲਦਾ ਵੀ ਜਦੋਂ ਤੁਹਾਡੀ ਫੀਡਬੈਕ ਲਈ ਜਾਂਦੀ ਆ, ਤੇ ਜੇ ਉਹ ਫੀਡਬੈਕ ਲਈ ਜਾਂਦੀ ਹੈ ਤਾਂ ਕਿੰਨੀ ਕੁ ਫੀਡਬੈਕ ਮੰਨੀ ਜਾਂਦੀ ਆ, ਉਹਦੇ ਬਾਰੇ ਜੇ ਤੁਸੀਂ ਠੀਕ ਸਮਝੋ ਤਾਂ ਸਾਡੇ ਸਰੋਤਿਆਂ ਨਾਲ ਸਾਂਝ ਜ਼ਰੂਰ ਪਾਓ, ਕਿਉਂਕਿ ਇਹ ਵੀ ਬੜੀ ਇੰਪੋਰਟੈਂਟ ਗੱਲ ਹੈ। ਜਿਹੜੀ ਸੁਸਾਇਟੀ, ਜਿਹੜੇ ਮੁਲਕ 'ਚ ਤੁਸੀਂ ਰਹਿੰਦੇ ਹੋ, ਉੱਥੇ ਤੁਹਾਡੀ ਇੱਕ ਐਕਸਪਰਟ ਦੇ ਤੌਰ ਤੇ ਤੁਹਾਡੀ ਸੇ ਜਿਹੜੀ ਆ ਉਹਨੂੰ ਐਕਨੋਲੇਜ ਕੀਤਾ ਜਾਣਾ ਚਾਹੀਦਾ। ਇਹ ਮੇਰਾ ਨਿੱਜੀ ਯਕੀਨ ਹੈ। ਬਿਲਕੁਲ। ਸੋ ਉਹ ਪ੍ਰੋਸੈਸ ਕਿਵੇਂ ਕੰਮ ਕਰਦਾ ਜੀ? ਸੋ ਬੇਸਿਕਲੀ ਭਾਜੀ ਜਿਹੜੇ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰਸ ਜਾਂ ਲਾਇਰਸ ਹੈਗੇ, ਉਹਨਾਂ ਦੀ ਇੱਕ ਬੋਡੀ ਹੈਗੀ ਨਿਜ਼ਾਮੀ ਕਰਕੇ। ਯੈਸ। ਸੋ ਦੇ ਆਰ ਦ ਆਈ ਮੀਨ ਜਿਹੜੇ ਉਹਨਾਂ ਦੇ ਜਿਹੜੇ ਜੋ ਵੀ ਚੇਅਰਪਰਸਨਸ ਹੈਗੇ ਹਨ, ਸੋ ਦੇ ਉਹ ਬੇਸਿਕਲੀ ਮੈਂਬਰਸ ਕੋਲੋਂ ਡੈਫੀਨਿਟਲੀ ਫੀਡਬੈਕ ਲੈਣੇ ਐਂਡ ਦੇ ਆਰ ਐਕਚੁਅਲੀ ਬੇਸਿਕਲੀ ਐਕਟਿੰਗ ਐਸ ਕਿ ਆਪਾਂ ਜਿਹੜਾ ਕਿ ਫੀਡਬੈਕ ਅੱਗੇ ਪ੍ਰੋਸੀਡ ਜਿਹੜਾ ਪ੍ਰਵਾਨ ਕਰ ਸਕੀਏ ਇਮੀਗ੍ਰੇਸ਼ਨ ਨੂੰ ਜੀ ਜਾਂ ਨਿਊਜ਼ੀਲੈਂਡ ਗਵਰਨਮੈਂਟ ਨੂੰ। ਹੁਣ ਪ੍ਰੋਬਲਮ ਕੀ ਹੈ ਕਿ ਜਦੋਂ ਇਹ 2021 ਰੈਜ਼ੀਡੈਂਟ ਵੀਜ਼ਾ ਆਇਆ ਹੈ, ਉਸ ਟਾਈਮ ਤੇ ਕਿਸੇ ਨੂੰ ਇਸ ਚੀਜ਼ ਬਾਰੇ ਪਤਾ ਵੀ ਇੰਤਲਾ ਵੀ ਨਹੀਂ ਸੀਗੀ ਕਿ ਇਹ ਚੀਜ਼ ਆਊਗੀ। everyone was under the hope ਕਿ ਸਕਿਲ ਮਾਈਗ੍ਰੈਂਟ ਕੈਟਾਗਰੀ ਰੀਓਪਨ ਹੋ ਜਾਏ, ਸਕਿਲ ਮਾਈਗ੍ਰੈਂਟ ਕੈਟਾਗਰੀ ਜਿਹੜੀ ਹੋਲਡ ਤੇ ਉਹ ਰੀਓਪਨ ਹੋ ਜਾਏ, ਬਾਰਡਰਸ ਰੀਓਪਨ ਹੋ ਜਾਣ, ਸਾਰਾ ਦਾ ਜੋਰ ਅੰਦਰ ਲੱਗਿਆ ਹੋਇਆ ਸੀਗਾ। ਬਿਲਕੁਲ। ਸੋ ਜੋ ਪੋਲਿਟੀਕਲ ਲੌਬੀ ਹੈ, ਉਹ ਮੈਨੂੰ ਲੱਗਦਾ ਹੈ ਕਿ ਉਹਦਾ ਤਾਲਮੇਲ ਨਹੀਂ ਹੈ ਟੈਕਨੀਕਲੀ। ਦਿਸ ਇਜ਼ ਮਾਈ ਪਰਸਨਲ ਬਿਲੀਫ ਕਿ ਉਹ ਆਪਣੇ ਅਕੋਰਡਿੰਗਲੀ ਹੀ ਚੱਲਦੇ ਆ ਐਟ ਦੀ ਐਂਡ, ਤੇ ਉਹ ਚ ਵੀ ਇੱਕ ਬੰਦੇ ਦੀ ਚੱਲਦੀ ਆ। Exactly, you can say that, ठीक है। तो कहने का मतलब है कि yes definitely there is a force, definitely force हैगी है, चाहे वो एक प्रोफेशनल बॉडी ਦੇ ਤੌਰ ਤੇ should be democratic practice actually। Exactly। so ਉਹ ਜਿਹੜਾ definitely ਸਰਕਾਰ ਜਿਹੜੀ ਉਹ ਆਪਣੇ ਅਕੋਰਡਿੰਗਲੀ ਹੀ ਡਿਸੀਜਨ ਲੈਂਦੀ ਹੈ, ਬਟ ਮੈਨੂੰ ਤਾਂ ਲੱਗਦਾ ਕਿ ਜੋ ਵੀ ਜਿਹੜਾ ਪ੍ਰੈਸ਼ਰ ਪਿਆ ਮਾਈਗ੍ਰੈਂਟ ਦੀ ਸਾਈਡ ਤੋਂ ਜਾਂ ਫਿਰ ਜੋ ਵੀ ਮੀਡੀਆ ਹੈਗੇ, ਮੀਡੀਆ ਸਾਰੇ ਪਾਸੇ ਜਿਹੜਾ ਓਵਰਆਲ ਪ੍ਰੈਸ਼ਰ ਹੈ, ਉਹਨੇ ਇੱਕ ਵਧੀਆ ਕੰਮ ਕੀਤਾ ਕਿ ਜਿਹਦੇ ਕਰਕੇ ਜਿਹੜਾ 2021 ਰੈਜ਼ੀਡੈਂਟ ਵੀਜ਼ਾ ਹੈਗਾ ਉਹ ਖੁੱਲਿਆ। ਇੰਨੇ ਲੋਕੀ ਜਿਹੜੇ ਇੰਨੇ ਸਾਲਾਂ ਤੋਂ 10-10 12-12 ਸਾਲਾਂ ਤੋਂ ਫਸੇ ਪਏ ਸੀਗੇ, ਦੇ ਹੈਵ ਬੀਨ ਏਬਲ। ਜਿਹੜੇ ਤੁਹਾਡੇ ਵਰਗੇ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਸੀ, ਉਹਨਾਂ ਦੀ ਨੀਂਦ ਨਹੀਂ ਪੂਰੀ ਹੋਈ ਹੁਣ ਤੱਕ, ਉਹ ਇੰਨੇ ਬਿਜ਼ੀ ਹੋ ਗਏ। ਤੇ ਉਹੀ ਹੈ ਕਿ ਬਲਕਿ ਹਰ ਚੀਜ਼ ਜਿਹੜੀ ਹੈ ਉਹ ਇੱਕ ਜਿਵੇਂ ਆਪਾਂ ਗਰਾਰੀ ਕਹਿੰਦੇ ਆ, ਉਹ ਇੱਕ it's like a machine basically। ਉਹ ਦੰਦੇ ਨਾਲ ਇੰਟਰਲਿੰਕਡ ਹੈਗੀ ਹੈ, ਤੇ that is how the system is running basically। ਗਰਾਰੀ ਦੇ ਦੰਦੇ ਜਿਹੜੇ ਆ ਸਹੀ ਜੁੜਨੇ ਚਾਹੀਦੇ ਆ, ਤਾਂ ਘੜੀ ਅੱਗੇ ਜਿਹੜਾ ਮੈਕੈਨਿਜ਼ਮ ਜਿਹੜਾ ਉਹ ਕੰਮ ਕਰਦਾ ਰਹੇ। ਇਮੀਗ੍ਰੇਸ਼ਨ ਤੋਂ ਹੋਰ ਕਿਹੜੀ, ਜੇ ਤੁਹਾਨੂੰ ਫਰਜ਼ ਕਰੋ ਮਾਈਕਲ ਵੁੱਡ ਦੇ ਸਾਹਮਣੇ ਬਿਠਾਤਾ ਜਾਵੇ ਪਰਮਿੰਦਰ ਸਿੰਘ ਪਾਪਾ ਟੋਇਟੋ ਦੀ ਬਜਾਏ, ਪਹਿਲੀ ਗੱਲ ਕਿਹੜੀ ਹੈ ਜਿਹੜੀ ਮਾਈਕਲ ਵੁੱਡ ਤੋਂ ਮਨਾਉਣੀ ਚਾਹੋਗੇ? ਪੇਰੈਂਟਸ ਦੀ ਰੈਜ਼ੀਡੈਂਟ ਵੀਜ਼ਾ ਕੈਟਾਗਰੀ। that is the most important I mean ਜਿਹੜਾ ਟੌਪਿਕ ਹੈ, ਕਿਉਂਕਿ ਭਾਜੀ ਮੈਂ ਬਹੁਤ ਲੰਬਾ ਇੰਤਜ਼ਾਰ, ਹਾਂ ਬਿਲਕੁਲ ਬਹੁਤ ਲੰਬਾ ਇੰਤਜ਼ਾਰ, ਸਟਕ ਮਾਈਗ੍ਰੈਂਟਸ ਦਾ ਬਹੁਤ ਲੰਬਾ ਇੰਤਜ਼ਾਰ। ਸੋ ਕਿਉਂਕਿ ਮੇਰੇ ਨੋਨ ਚ ਕਈ ਐਵੇਂ ਦੇ ਕੀ ਕਹਿੰਦੇ ਆਪਣਾ ਰੈਜ਼ੀਡੈਂਟ ਜਾਂ ਸਿਟੀਜ਼ਨਸ ਹੈਗੇ ਜੋ ਬੇਬੀ ਤੱਕ ਨਹੀਂ ਪਲਾਨ ਕਰਦੇ ਵਿਚਾਰੇ। ਬਿਲਕੁਲ। ਕੀ ਕਰਨ ਉਹ? ਬਿਲਕੁਲ। ਸੋ ਬੇਸਿਕਲੀ ਮੈਂ ਤੁਹਾਨੂੰ ਇਹ ਦੱਸਣਾ ਕਿ ਮੇਰੇ ਖੁਦ ਨੈਟਵਰਕ ਦੇ ਵਿੱਚ ਮੈਂ ਐਵੇਂ ਦੇ 5-6 ਆਪਣਾ ਪ੍ਰੋਫੈਸ਼ਨਲ ਜਾਂ ਫਿਰ ਤੁਸੀਂ ਕਹਿ ਲਓ ਕਿ ਲੋਕਾਂ ਨੂੰ ਜਾਣਦਾ ਜਿਹੜੇ ਕਿ ਵੈਲ ਸੈਟਲਡ ਹੈਗੇ ਆ। They had been contributing highly towards New Zealand economy. Yes, of course. Just because कि parents की PR नहीं हो सकती, they have moved to Australia. काटा की नुआ country में। Such unfortunate. ठीक है, this is actually very unfortunate। दूसरी ਗੱਲ ਜਿਹੜੀ ਹੈਗੀ ਹੈ ਕਿ parents ਦਾ multiple entry visa ਜਿਹੜਾ ਹੈ ਉਹ ਲੰਬੇ ਟਾਈਮ ਦਾ ਹੋਣਾ ਚਾਹੀਦਾ, ਕੈਨੇਡਾ ਦੀ ਤਰ੍ਹਾਂ ਤੇ। Exactly। ਬਿਲਕੁਲ। ਇਹਦੇ ਨਾਲ ਇੱਕ ਰਿਲੇਟਡ ਜਿਹੜਾ ਇੱਕ ਹੋਰ ਰੈਲੇਵੈਂਟ ਪਾਰਟ ਹੈਗਾ ਕਿ ਤੁਹਾਨੂੰ ਪਤਾ ਕਿ ਜਦੋਂ ਪੇਰੈਂਟਸ ਦੀ ਏਜ ਵੱਧਦੀ ਹੈ, ਡੈਫੀਨਿਟਲੀ ਮੈਡੀਕਲ ਇਸ਼ੂਜ਼ ਵੀ ਆਉਂਦੇ ਹਨ। ਠੀਕ ਹੈ। ਮੈਂ ਇੱਥੇ ਕਈ ਫੈਮਿਲੀਜ਼ ਨੂੰ ਜਾਣਦਾ ਕਿ ਜਿਨ੍ਹਾਂ ਦੇ ਪੇਰੈਂਟਸ ਕਈ ਚਿਹਰਿਆਂ ਤੋਂ ਆ ਰਹੇ ਸੀਗੇ, ਬਟ ਜਦੋਂ ਉਹਨਾਂ ਨੇ ਦੁਬਾਰਾ ਆਪਣਾ ਮੈਡੀਕਲ ਕਰਾਇਆ, ਉਹਦੇ ਵਿੱਚ ਥੋੜਾ ਬਹੁਤ ਆ ਗਿਆ ਤੇ ਉਹਨਾਂ ਨੇ ਪੱਕਾ ਪੈਨ ਲਗਾਤਾ ਇਮੀਗ੍ਰੇਸ਼ਨ ਨੇ ਕਿ ਦੇ ਕੈਨੋਟ
even apply for the short term visa. ਸੋ ਇਹਨਾਂ ਸਟ੍ਰਿਕਟ ਪੈਨਲ ਵਾਲੇ ਬਹੁਤ ਜ਼ਿਆਦਾ ਸਟ੍ਰਿਕਟ ਪੈਨਲ ਹੈ ਜੋ ਕਿ ਸਹੀ ਨਹੀਂ ਹੈ ਮੈਨੂੰ ਲੱਗਦਾ ਹੈ, ਕਿਉਂਕਿ ਡੈਫੀਨਿਟਲੀ ਜਿਹੜੇ ਤੁਹਾਡੇ ਇਮੋਸ਼ਨਲ ਟਾਈਜ਼ ਹੈਗੀਆਂ ਐਂਡ ਆਲ ਦੈਟ ਸਟਫ ਤੁਸੀਂ ਉਹਨਾਂ ਨੂੰ ਸੈਕਰੀਫਾਈਸ ਨਹੀਂ ਕਰ ਸਕਦੇ। ਪਾਰਟਿਕੂਲਰਲੀ ਜਿਹੜੀਆਂ ਵੱਖ-ਵੱਖ ਕੌਮਾਂ ਇਸ ਮੁਲਕ 'ਚ ਰਹਿੰਦੀਆਂ 214 ਦੇ ਕਰੀਬ ਐਥਨਿਕ ਬੈਕਗ੍ਰਾਉਂਡ ਦੇ ਲੋਕ ਰਹਿੰਦੇ ਨੇ, ਉਹਨਾਂ ਵਿੱਚੋਂ ਏਸ਼ੀਅਨਸ ਦੀਆਂ ਸੋਸ਼ਲ ਟਾਈਜ਼ ਓਬਵੀਅਸਲੀ ਬੜੀਆਂ ਸਟਰੋਂਗ ਆ। ਮੈਂ ਨਹੀਂ ਕਹਿੰਦਾ ਬਾਕੀਆਂ ਦੀ ਨਹੀਂ ਸਟਰੋਂਗ, ਲੇਕਿਨ ਅਸੀਂ ਲੋਕ ਜਿਹੜੇ ਆ ਸਾਨੂੰ ਮੋਰਲ ਸਪੋਰਟ ਚਾਹੀਦੀ ਹੁੰਦੀ ਆ। ਇਕੱਲੇ ਪੈਸੇ ਨਾਲ ਮਾਂ-ਬਾਪ ਦੀਆਂ ਅਸੀਸਾਂ ਨਹੀਂ ਖਰੀਦੀਆਂ ਜਾ ਸਕਦੀਆਂ। ਭੈਣਾਂ ਭਰਾਵਾਂ ਦਾ ਪਿਆਰ ਜਿਹੜਾ ਉਹਨਾਂ ਦਾ ਉੱਥੇ ਹਾਜ਼ਰ ਹੋਣਾ ਉਸ ਮੌਕੇ ਤੇ, ਉਹਨੂੰ ਖਰੀਦਿਆ ਨਹੀਂ ਜਾ ਸਕਦਾ। ਬਿਲਕੁਲ। ਸੋ ਆਪਾਂ ਬਹੁਤ ਵੱਡੀ ਚੁਣੌਤੀ ਹੈ ਜਿਹੜਾ ਇਹਨਾਂ ਨੇ ਪੈਕੇਜ ਰਿਲੀਜ਼ ਕੀਤਾ ਸੀਗਾ ਕਿ 2,12,000 ਦਾ ਪੈਕੇਜ ਹੋਣਾ ਚਾਹੀਦਾ ਤਾਂ ਹੀ ਤੁਸੀਂ ਸਪੋਰਟ ਕਰ ਸਕਦੇ ਹੋ, ਮੈਨੂੰ ਲੱਗਦਾ ਕਿ ਉਹ ਸਹੀ ਨਹੀਂ ਹੈ। ਉਹ ਧੱਕਾ ਹੈ, ਕਿਉਂਕਿ ਉਹ ਤੁਸੀਂ ਧੱਕਾ ਕਰ ਰਹੇ ਹੋ ਮੋਸਟ ਆਫ ਦੀ ਕਮਿਊਨਿਟੀ। ਤੁਸੀਂ ਦੇਖੋ ਵੀ ਤੁਹਾਡੇ ਆਸ-ਪਾਸ ਜਿਹੜੇ ਹੁਣ ਯੰਗਸਟਰਸ ਜਿਹੜੇ ਮੁੰਡੇ ਹੁਣ ਤੁਹਾਡੇ ਘੇਰੇ ਦੇ ਵਿੱਚ ਆਉਂਦੇ ਆ, ਤੁਹਾਡੇ ਸਰਕਲ 'ਚ ਆ, ਮਤਲਬ ਕਿੰਨੀ ਕੁ ਤਨਖਾਹ ਹੋਊਗੀ ਇੱਕ ਬੰਦੇ ਦੀ ਯਾਰ, ਔਰ ਦੋਨੇ ਜੀ ਰਲ ਕੇ ਕਿੱਦਾਂ ਕਮਾ ਲੈਣਗੇ? ਕਿਉਂਕਿ ਜੇ ਫਰਜ਼ ਕਰ ਲਓ ਜੇ ਉਹਨਾਂ ਨੇ ਫੈਮਿਲੀ ਪਲਾਨ ਕਰ ਲਈ, ਬੱਚਾ ਹੋਣੇ ਵਾਲਾ, ਫਿਰ ਤਾਂ ਸਿਚੁਏਸ਼ਨ ਹੋਰ ਵੀ ਡਗਮਗਾ ਜਾਂਦੀ। ਬਿਲਕੁਲ। ਦੇਖੋ ਭਾਜੀ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਦੀ ਜਿਹੜੀ ਪਾਲਿਸੀ ਉਹ ਜ਼ਿਆਦਾ ਬੈਟਰ ਹੈ, ਕਿਉਂਕਿ ਉਹ ਕੀ ਕਰਦੇ ਆ ਕਿ ਦੇ ਟੇਕ ਸਰਟਨ ਅਮਾਉਂਟ, ਠੀਕ ਹੈ, ਦੇਖ ਲੈਂਦੇ ਪਹਿਲਾਂ, ਐਗਜ਼ੈਕਟਲੀ ਉਹ ਪ੍ਰੋਜੈਕਟ ਕਰ ਲੈਂਦੇ ਕਿ ਯਾਰ ਇੱਥੇ ਜਾ ਕੇ ਸਾਡਾ ਕੰਮ ਐਗਜ਼ੈਕਟਲੀ ਠੀਕ ਹੈ। ਤੇ ਮੈਨੂੰ ਲੱਗਦਾ ਹੈ ਕਿ ਅਗਰ ਇਮੀਗ੍ਰੇਸ਼ਨ ਨੂੰ ਵੀ ਏਦਾਂ ਹੈਗਾ, ਡੈਫੀਨਿਟਲੀ ਆਪਣੇ ਪੰਜਾਬੀ ਜਾਂ ਫਿਰ ਜਿਹੜੇ ਇੰਡੀਅਨ ਤਬਕੇ ਦੇ ਲੋਕ ਆ ਪਿੱਛੇ ਨਹੀਂ ਹਟਣਗੇ ਜੀ। ਤੁਸੀਂ ਪਾਲਿਸੀ ਲੈ ਕੇ ਆਓ, ਬਿਲਕੁਲ they will be happy to pay upfront, ਕਿ ਕਿੰਨੀ ਕਾਸਟ ਹੈਗੀ ਹੈ ਜੋ ਵੀ ਹੈਗਾ, so that their parents can get settled here as well. ਵੰਡਰਫੁਲ, ਵੈਲ ਸੈਡ। ਕਿਵੀਆਨਾ ਇਮੀਗ੍ਰੇਸ਼ਨ ਤੋਂ ਪਵਨਦੀਪ ਸਿੰਘ ਗੱਲਾਂ ਕਰ ਰਹੇ ਸਨ, ਤੇ ਮੈਂ ਯਾਦ ਕਰਾਉਂਦਾ ਨੰਬਰ 1 ਪੋਲੈਂਡ ਸਟਰੀਟ ਗ੍ਰੇਲੈਂਡ ਦੇ ਵਿੱਚ ਉਹਨਾਂ ਦਾ ਦਫ਼ਤਰ ਹੈ ਜੀ, ਤੇ ਆਕਲੈਂਡ ਦੇ ਬਿਲਕੁਲ ਨਾਲ ਹੀ ਹੈ ਗ੍ਰੇਲੈਂਡ, ਬਹੁਤਾ ਦੂਰ ਨਹੀਂ। ਉਹਨਾਂ ਦਾ ਲੈਂਡਲਾਈਨ ਨੰਬਰ 09 ਕੋਡ ਹੈ ਜੀ ਆਕਲੈਂਡ ਦਾ 392 6370 392 6370, ਤੇ ਉਹਨਾਂ ਦੇ ਜਿਹੜੇ ਬਾਕੀ ਦੇ ਫੋਨ ਨੰਬਰਸ ਨੇ ਸਕਰੀਨ ਦੇ ਉੱਤੇ ਆ ਰਹੇ ਨੇ। ਇਸ ਗੱਲਬਾਤ ਨੂੰ ਤੁਸੀਂ ਬਾਅਦ ਵਿੱਚ ਵੀ ਵੀਡੀਓ ਦੇ ਰਾਹੀਂ NZ ਰੇਡੀਓ ਸਪਾਈਸ ਦੇ YouTube ਚੈਨਲ ਉੱਤੇ ਜਲਦੀ ਹੀ ਦੇਖ ਸਕੋਗੇ। ਔਰ ਪਵਨਦੀਪ ਜਿਹੜੇ ਨੇ ਉਹ ਹੁਣੇ ਸਾਡੇ ਨਾਲ ਕਾਰੋਬਾਰੀ ਸਹਿਯੋਗੀ ਦੇ ਤੌਰ ਤੇ ਜੁੜੇ ਨੇ। ਮਸਲਾ ਸਿਰਫ ਪੈਸੇ ਦਾ ਨਹੀਂ, ਮਸਲਾ ਆਪਣੇ ਲੋਕਾਂ ਨੂੰ ਸਹੀ ਐਡਵਾਈਸ ਕਰਨ ਦਾ। ਸੋ ਜਿਸ ਕਰਕੇ ਮੈਨੂੰ ਲੱਗਿਆ ਕਿ ਉਹਨਾਂ ਦਾ ਸਟੂਡੀਓ ਦੇ ਵਿੱਚ ਆ ਕੇ ਗੱਲਬਾਤ ਕਰਨਾ ਬਿਲਕੁਲ ਵੱਖਰੇ ਮਾਇਨੇ ਰੱਖਦਾ, ਤੇ ਸਾਨੂੰ ਉਮੀਦ ਹੈ ਕਿ ਤੁਸੀਂ ਇਸ ਗੱਲਬਾਤ ਤੋਂ ਜ਼ਰੂਰ ਲਾਹਾ ਲਿਆ ਹੋਵੇਗਾ। ਆਉਂਦੇ ਸਮੇਂ ਦੇ ਵਿੱਚ ਫਿਰ ਅਸੀਂ ਪਵਨਦੀਪ ਉਹਨਾਂ ਨੂੰ ਜਿਵੇਂ ਵੱਖ-ਵੱਖ ਇਮੀਗ੍ਰੇਸ਼ਨ ਪਾਲਿਸੀਜ਼ ਦੇ ਵਿੱਚ ਜਿਹੜੀ ਤਬਦੀਲੀ ਆਉਂਦੀ ਰਹੇਗੀ, ਅਸੀਂ ਅਪਡੇਟਸ ਜਿਹੜੀਆਂ ਨੇ ਉਹ ਪਵਨਦੀਪ ਉਹਨਾਂ ਦੇ ਰਾਹੀਂ ਤੁਹਾਡੇ ਤੱਕ ਜ਼ਰੂਰ ਪਹੁੰਚਾਉਂਦੇ ਚੱਲਾਂਗੇ। ਖੈਰ ਸਾਡੇ ਨਾਲ ਵੀ ਜ਼ਿਆਦਾ ਪਵਨਦੀਪ ਕਾਫੀ ਐਕਸਪਰਟ ਨੇ। ਮੈਂ ਦੇਖ ਰਿਹਾ ਸੀ ਗ੍ਰੀਨ ਸਕਰੀਨ ਦੇ ਉੱਤੇ ਬੜੀ ਪ੍ਰੋਫੈਸ਼ਨਲ ਵੀਡੀਓ ਜਿਹੜੀ ਆ ਉਹ ਤੁਸੀਂ ਬਣਾਈ ਹੋਈ ਸੀ, ਮੈਂ ਪਰਸਨਲੀ ਦੇਖ ਰਿਹਾ ਸੀ। ਹਾਂਜੀ, ਉਹ ਵਾਲੀ ਕੋਸ਼ਿਸ਼ ਕਰੀਦੀ ਹੈ ਕਿ ਜਿੰਨੀ ਜਲਦੀ ਅਗਰ ਕੋਈ ਇਨਫੋਰਮੇਸ਼ਨ ਆਉਂਦੀ ਹੈ ਉਹ ਰਿਲੀਜ਼ ਆਊਟ ਕੀਤੀ ਜਾਏ। ਐਂਡ ਉਹੀ ਫੈਕਟਰ ਹੈ ਕਿ ਜਿਵੇਂ ਹੁਣ ਸਟ੍ਰੇਟ ਟੂ ਰੈਜ਼ੀਡੈਂਸ ਆਈ ਹੈ, ਖਾਸ ਕਰਕੇ ਜਿਹੜੇ ਆਪਣੇ ਪੰਜਾਬੀ ਤਬਕੇ ਦੇ ਲੋਕ ਹੈ, ਦੇ ਆਰ ਵੈਰੀ ਮਚ ਇਨਟੂ ਦ ਇੰਜੀਨੀਅਰਿੰਗ ਪ੍ਰੋਫੈਸ਼ਨਲਸ, ਜਿਵੇਂ ਸਿਵਲ ਇੰਜੀਨੀਅਰਿੰਗ ਹੋ ਗਿਆ, ਇਲੈਕਟ੍ਰੀਕਲ ਇੰਜੀਨੀਅਰਿੰਗ ਹੋ ਗਿਆ, ਵੀ ਹੈਵ ਸਟਾਰਟਡ ਗੈਟਿੰਗ ਇਨਕੁਆਇਰੀਜ਼। ਬਿਲਕੁਲ। ਤੇ ਇਸ ਕਰਕੇ ਅਗਰ ਉਹਨਾਂ ਨੂੰ ਫਾਇਦਾ ਮਿਲ ਰਿਹਾ ਹੈ ਤੇ ਵਾਈ ਨਾਟ। ਚਲੋ ਵਧੀਆ ਗੱਲ ਆ ਪਵਨਦੀਪ ਸਿੰਘ ਜੀ, ਤੁਹਾਡੀ ਜਿਹੜੀ ਸੋਹਣੀ ਦਸਤਾਰ ਆ ਤੇ ਤੁਹਾਡੀ ਵਧੀਆ ਸ਼ਖਸੀਅਤ ਆ, ਇਸੇ ਤਰ੍ਹਾਂ ਇਹਨੂੰ ਤੁਸੀਂ ਚਹਿਕਦਾ ਮਹਿਕਦਾ ਤੇ ਟਹਿਕਦਾ ਰੱਖਣਾ। ਤੇ ਅਸੀਂ ਉਮੀਦ ਕਰਦੇ ਹਾਂ ਜਿੰਨਾ ਵੀ ਤੁਹਾਡਾ ਵੱਸ ਚੱਲੇ, ਸਾਡੇ ਜਿਹੜੇ ਆਫਸ਼ੋਰ ਸਟਕ ਮਾਈਗ੍ਰੈਂਟਸ ਆ ਉਹਨਾਂ ਦੇ ਲਈ ਵੀ ਤੁਸੀਂ ਜ਼ਰੂਰ ਆਵਾਜ਼ ਬੁਲੰਦ ਕਰਨੀ, ਕਿਉਂਕਿ ਸਾਡੇ ਭੈਣਾਂ ਭਰਾ ਛੋਟੇ, ਖਾਸ ਕਰਕੇ ਜਿਹੜੇ ਆਫਸ਼ੋਰ ਜਿਹੜੇ ਮਾਈਗ੍ਰੈਂਟ ਸਟਕ ਹੈਗੇ ਆ ਜੀ, ਇੱਕ ਸਲਾਮ ਦੇਣਾ ਚਾਹੂੰਗਾ ਕਿ ਹਾਲਾਂਕਿ ਇਮੀਗ੍ਰੇਸ਼ਨ ਕੋਈ ਐਵੇਂ ਦੇ ਓਪਨ ਵੀਜ਼ਾਸ ਨਹੀਂ ਰਿਲੀਜ਼ ਕਰ ਰਹੀ ਖਾਸ ਕਰਕੇ ਤੁਹਾਡੇ ਲਈ, ਬਟ ਇੱਕ ਖਾਸ ਸਲਾਹ ਹੈਗੀ ਕਿ ਅਗਰ ਤੁਸੀਂ ਆਲਰੇਡੀ ਨਿਊਜ਼ੀਲੈਂਡ ਰਹਿ ਕੇ ਗਏ ਹੋ ਜੀ, ਤੁਹਾਡੇ EMPLOYERS ਨਾਲ ਵਧੀਆ ਆਪਣਾ ਟਾਈਪਸ ਹੈਗੇ ਆ, ਤੁਸੀਂ ਪਲੀਜ਼ ਆਪਣੇ EMPLOYERS ਨੂੰ ਅਪਰੋਚ ਕਰੋ, ਕਿਉਂਕਿ ਇੱਥੇ ਲੇਬਰ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ, ਵਰਕਰਸ ਦੀ ਬਹੁਤ ਜ਼ਿਆਦਾ ਸ਼ਾਰਟੇਜ ਹੈ। ਹੋ ਸਕਦਾ ਤੁਹਾਡਾ ਉਹ ਵੀਜ਼ਾ ਲਈ ਸਪੋਰਟ ਕਰ ਸਕਣ, ਉਹਨਾਂ ਨੇ ਆਪਣੀ EMPLOYER ਐਕ੍ਰੈਡੀਟੇਸ਼ਨ ਕਰਾਈ ਹੈ ਤੇ ਇਸ ਕਰਕੇ ਸਭ ਤੋਂ ਬਹੁਤ ਵਧੀਆ ਸਲਾਹ ਹੈ ਤੁਸੀਂ ਪਲੀਜ਼, ਕਿਉਂਕਿ ਮੈਂ ਪਰਸਨਲੀ 3-4 ਲੋਕਾਂ ਨੂੰ ਜਾਣਦਾ ਜਿਹੜੇ ਕਿ ਸਟਕ ਹੈਗੇ ਆ, ਐਂਡ ਵੀ ਆਰ ਟਰਾਈਂਗ ਕਿ ਕਿਸੇ ਤਰੀਕੇ ਅਗਰ ਉਹਨਾਂ ਦਾ ਇੱਥੇ ਵਰਕ ਵੀਜ਼ਾ ਲੱਗ ਸਕੇ। ਹਾਂਜੀ, ਉਹ ਤਾਂ ਵਿਚਾਰੇ ਮੇਰੇ ਹਿਸਾਬ ਦੇ ਨਾਲ ਸਭ ਤੋਂ ਜ਼ਿਆਦਾ ਡਿਜ਼ਰਵ ਹੀ ਉਹ ਕਰਦੇ। ਐਗਜ਼ੈਕਟਲੀ, ਕਿਉਂਕਿ ਉਹਨਾਂ ਨੂੰ ਤੁਹਾਨੂੰ ਨਿਊਜ਼ੀਲੈਂਡ ਬਾਰੇ ਨੌਲੇਜ ਹੈਗੀ ਹੈ, ਤੁਹਾਨੂੰ ਪਤਾ ਹੈ ਸਿਸਟਮ ਬਾਰੇ, ਤੇ EMPLOYERS ਲਈ ਵੀ ਈਜ਼ੀ ਰਹੇਗਾ ਰਾਦਰ ਦੈਨ ਕਿਸੇ ਐਸੇ ਬੰਦੇ ਨੂੰ ਹਾਇਰ ਕਰਨਾ ਜਿਹਨੂੰ ਨਿਊਜ਼ੀਲੈਂਡ ਬਾਰੇ ਕੁਝ ਨਹੀਂ ਪਤਾ। ਵੈਰੀ ਵੈਲ ਸੈਡ। ਥੈਂਕ ਯੂ ਵੈਰੀ ਮਚ ਪਵਨਦੀਪ। ਕਿਵੀਆਨਾ ਇਮੀਗ੍ਰੇਸ਼ਨ ਤੋਂ ਸਾਡੇ ਨਾਲ ਪਵਨਦੀਪ ਗੱਲਾਂ ਬਾਤਾਂ ਕਰ ਰਹੇ ਸਨ। ਸਟੂਡੀਓ ਚ ਆਉਣ ਦੇ ਲਈ ਤੁਹਾਡਾ ਬਹੁਤ ਸ਼ੁਕਰੀਆ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੋ ਦੋਸਤੋ, ਇਸ ਗੱਲਬਾਤ ਨੂੰ ਤੁਸੀਂ ਅੱਗੇ ਚੱਲ ਕੇ ਜ਼ਿੰਦਗੀ ਦੇ ਕਿਸੇ ਮੋੜ ਤੇ ਵੀ ਸੁਣਨਾ ਚਾਹੋ ਤੇ ਸਾਡੇ ਰੇਡੀਓ ਸਪਾਈਸ ਦੇ ਫੇਸਬੁੱਕ ਪੇਜ ਉੱਤੇ ਨਾਲ YouTube ਚੈਨਲ ਦੇ ਉੱਤੇ ਇਸ ਨੂੰ ਅਸੀਂ ਜ਼ਰੂਰ ਤੁਹਾਡੇ ਤੱਕ ਹਾਜ਼ਰ ਰੱਖਾਂਗੇ, ਅਤੇ ਆਉਂਦੇ ਸਮੇਂ ਦੇ ਵਿੱਚ ਵੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਜਿਹੜੀਆਂ ਤੁਹਾਡੇ ਸਾਡੇ ਨਾਲ ਸਿੱਧੀ ਤਰ੍ਹਾਂ ਮੁਖਾਤਬ ਨੇ, ਇਹਨਾਂ ਨੂੰ ਤੁਹਾਡੇ ਤੱਕ ਜ਼ਰੂਰ ਹਾਜ਼ਰ ਕਰਦੇ ਚੱਲਾਂਗੇ।